ਕਰਨਾ ਚਾਹੁੰਦਾ ਹਾਂ। ਐਸੇ ਗੁਰੂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ ਵੀ ਐਸਾ ਸਮਰੱਥ ਗੁਰੂ। ਮਹਾਂਪੁਰਖਾਂ ਨੇ ਫਿਰ ਸਮਝਾਇਆ, ਰਾਜਨ ਇਹ ਸੰਗਤ ਕਰਦਾ ਰਿਹਾ, ਇਹ ਹਾਜ਼ਰੀਆਂ ਭਰਦਾ ਰਿਹਾ, ਇਹ ਉਸ ਦਾ ਹੀ ਇਸ ਨੂੰ ਇਹ ਫਲ ਮਿਲਿਆ ਹੈ, ਉਸ ਦਾ ਫਲ ਮਿਲਿਆ। ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਰਾਜਨ, ਉਹੀ ਤਰ ਸਕਦਾ ਹੈ। ਵੇਖੋ ਸਮਾਂ ਹੋਇਆ, ਫਿਰ ਰਾਜਾ ਪਰਜਾ ਕੁਛ ਨਾਲ ਅਹਿਲਕਾਰ ਲੈ ਕੇ ਮਹਾਂਪੁਰਖ ਉਹ ਬੱਚਾ ਵੀ ਤੇ ਇੱਥੇ ਸਤਿਗੁਰਾਂ ਦੇ ਦਰਬਾਰ ਵਿੱਚ ਆਏ। ਫਿਰ ਅੰਮ੍ਰਿਤਸਰ ਜਦੋਂ ਆਏ ਨਾ, ਸਰੋਵਰ ਦੇ ਸਤਿਗੁਰਾਂ ਦੇ ਹਰੀ ਮੰਦਰ ਦੇ ਜਦੋਂ ਦਰਸ਼ਨ ਕਰੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਵੇਖੋ ਦਰਸ਼ਨ ਕਰਿਆ, ਮਨ ਦੇ ਵਹਿਮ ਭਰਮ ਸਭ ਉਤਰ ਗਏ ਵੀ ਅੱਛਾ ਐਸਾ ਦਰਬਾਰ ਹੈ। ਬੜਾ ਮਨ ਖੁਸ਼ ਹੋਇਆ, ਉਸ ਦਾ ਮਨ ਲੱਗ ਗਿਆ ਉਸ ਦਾ। ਵੇਖੋ ਰਾਜੇ ਦਾ, ਵੇਖੋ ਸਤਿਗੁਰ ਬੈਠੇ ਅੱਗੇ ਹੋਏ। ਫਿਰ ਮਹਾਂਪੁਰਖ ਤਾਂ ਮੱਥਾ ਟੇਕਿਆ, ਪਹਿਲਾਂ ਜਾ ਕੇ ਪੰਜਵੇਂ ਪਾਤਸ਼ਾਹ ਮੁਸਕਰਾਉਂਦੇ ਬਚਨ ਕਰਨ ਲੱਗੇ, ਹਾਂ ਮਹਾਂਪੁਰਖੋ ਫਿਰ ਕਿਵੇਂ ਹੋਇਆ ਕਚਹਿਰੀ ਦੇ ਵਿੱਚ, ਕਿਵੇਂ ਹੋਇਆ ਕਚਹਿਰੀ ਵਿੱਚ? ਹੱਸ ਕੇ ਕਹਿਣ ਲੱਗੇ, ਸਤਿਗੁਰੂ ਤੁਹਾਡੇ ਹੁਕਮ ਦੇ ਵਿੱਚ ਹੋਇਆ, ਤੁਸੀਂ ਹੀ ਕਰਵਾਇਆ। ਸਤਿਗੁਰੂ ਮੈਨੂੰ ਨਹੀਂ ਉੱਥੇ ਕੁਝ ਪਤਾ, ਤੁਹਾਡੇ ਹੁਕਮ 'ਚ ਹੀ ਕੌਤਕ ਵਰਤਿਆ ਸਾਰਾ। ਸਤਿਗੁਰੂ ਰਾਜਾ ਵੀ ਆਇਆ ਹੈ, ਉਹ ਬੱਚਾ ਵੀ ਨਾਲ ਆਇਆ ਹੈ, ਕਿਰਪਾ ਕਰੋ ਉਸ ਉਹਨਾਂ 'ਤੇ। ਗੁਰੂ ਜੀ ਬਾਣੀ ਉਚਾਰਨ ਕਰਦੇ ਸਨ ਉਸ ਟਾਈਮ ਸਤਿਗੁਰੂ, ਤੇ ਕੋਲੇ ਆਏ। ਫਿਰ ਰਾਜੇ ਨੇ ਮੱਥਾ ਟੇਕਿਆ, ਤੇ ਜਦੋਂ ਸਤਿਗੁਰਾਂ ਦੇ ਸੁਨਹਿਰੀ ਨੇਤਰ ਅੰਮ੍ਰਿਤ ਭਰੀ ਦ੍ਰਿਸ਼ਟੀ ਪਈ ਨਾ ਰਾਜੇ ਨੂੰ, ਤੇ ਰਾਜਾ ਸਤਿਗੁਰਾਂ ਦੇ ਦਰਸ਼ਨ ਕਰਦਾ ਹੀ ਰਹਿ ਗਿਆ, ਰਹਿ ਗਿਆ। ਐਸੇ ਗੁਰੂ ਦੇ ਦਰਸ਼ਨ ਡਿੱਠੇ ਮੈਂ ਕੀ ਕਰਾਂ ਬਿਆਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਦੇਖਦਾ ਹੀ ਰਹਿ ਗਿਆ ਰਾਜਾ। ਵੇਖੋ ਬੜਾ ਖੁਸ਼ ਹੋਇਆ, ਬਰਾਗ ਕੀਤਾ ਰਾਜੇ ਨੇ ਵੀ, ਕਹਿਣ ਲੱਗਿਆ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਸਤਿਗੁਰੂ, ਕਿਰਪਾ ਕਰੋ। ਚਰਨ ਪੌੜ ਦਿੱਤੀ ਸਤਿਗੁਰਾਂ ਨੇ, ਵਾਹਿਗੁਰੂ ਮੰਤਰ ਦਿੱਤਾ, ਤੇ ਗੁਰੂ ਦਾ ਫਿਰ ਇਸ ਘਰ ਦਾ ਪੱਕਾ ਸਿੱਖ ਬਣ ਗਿਆ ਉਹ ਰਾਜਾ। ਵੇਖੋ ਉਧਰੋਂ ਫਿਰ ਬੱਚਾ ਵੀ ਕੋਲੇ ਆਇਆ, ਕੋਲੇ ਆਇਆ, ਕੋਲੇ ਕੀਤਾ। ਸਤਿਗੁਰਾਂ ਨੇ ਉਸ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਿਆ। ਗੁਰੂ ਮਹਾਰਾਜ ਜੀ ਬਚਨ ਕਰਨ ਲੱਗੇ, ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਉਹ ਮਾਲਕ ਫਿਰ ਸਿਰ ਤੇ ਹੱਥ ਕਿਵੇਂ ਰੱਖਦਾ? ਸੰਗਤ ਕਰਨ ਦੇ ਨਾਲ, ਗੁਰੂ ਦੇ ਨਾਲ ਜੁੜਿਆ, ਗੁਰੂ ਧਾਰਿਆ, ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ ਕਰਨ ਦੇ ਨਾਲ ਹੀ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਉਹਨੂੰ ਕੋਈ ਦੁੱਖ ਨਹੀਂ ਲੱਗਦਾ। ਸਤਿਗੁਰੂ ਬਚਨ ਕਰਨ ਲੱਗੇ ਵੀ ਪਿਛਲੇ ਜਨਮਾਂ ਦਾ ਇਹਦਾ ਕੋਈ ਕਸ਼ਟ, ਕੋਈ ਐਸਾ ਸਮਾਂ ਆਉਣਾ ਸੀ, ਸਮਾਂ ਆਉਣਾ ਸੀ। ਉਹ ਸੰਗਤ ਕਰਨ ਦੇ ਨਾਲ, ਹਾਜ਼ਰੀ ਭਰਨ ਦੇ ਨਾਲ ਉਹ ਅਸੀਂ ਇਸ ਦਾ ਸਮਾਂ ਟਾਈਮ ਉਹ ਕੱਟ ਦਿੱਤਾ। ਉਹ ਟਾਈਮ ਸਮਾਂ ਲੰਘ ਗਿਆ। ਉਹ ਮਹਾਂਪੁਰਖ ਕੋਲੇ ਬੈਠੇ, ਤੇ ਪੰਜਵੇਂ ਪਾਤਸ਼ਾਹ ਨੇ ਸੋ ਆਓ ਬਾਬਾ ਜੀ ਦੀਵਾਨ ਦੇ ਵਿੱਚ ਪਹੁੰਚ ਗਏ ਨੇ। ਸੋ ਆਪਾਂ ਸਾਰੇ ਹੀ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਬੈਠੀਏ। ਸਮਾਂ ਹੈ ਦਰਗਾਹੀ ਬਚਨਾਂ ਦਾ ਵੀ, ਆਪਾਂ ਵੀ ਸਾਰੇ ਝੋਲੀਆਂ ਪੱਲੇ ਖੁੱਲ੍ਹੇ ਕਰਕੇ ਬੈਠੀਏ। ਕਰਮਾਂ ਨਾਲ ਇਹ ਆਪਾਂ ਨੂੰ ਸੁਭਾਗਾ ਸਮਾਂ ਮਿਲਦਾ ਹੈ। ਸੋ ਵੇਖੋ ਸਮਾਂ ਹੋਇਆ, ਫਿਰ ਪੰਜਵੇਂ ਪਾਤਸ਼ਾਹ ਨੇ ਫਿਰ ਜਦੋਂ ਮਹਾਂਪੁਰਖ ਕੋਲੇ ਬੈਠੇ ਨਾ, ਸਤਿਗੁਰਾਂ ਨੇ ਬਾਣੀ ਉਚਾਰਨ ਕਰ ਰਹੇ ਸਨ। ਬਚਨ ਕਰ ਦਿੱਤੇ ਸਤਿਗੁਰਾਂ ਨੇ, ਕਾਹੇ ਰੇ ਮਨ ਚਿੱਤ ਵਹਿ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਬਚਨ ਕਰ ਦਿੱਤੇ, ਸਾਰਾ ਹੀ ਕੌਤਕ ਇੰਨੀ ਬਾਣੀ, ਇੰਨੀ ਪੰਗਤੀ ਦੇ ਵਿੱਚ ਹੀ ਸਤਿਗੁਰਾਂ ਨੇ ਕੌਤਕ ਉਚਾਰਨ ਕਰ ਦਿੱਤਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੈ ਕਾਸ਼ਟ
ਹਰਿਆ। ਸੁੱਕੀ ਲੱਕੜ ਕਾਸ਼ਟ ਸੰਗਤ ਕਰਨ ਦੇ ਨਾਲ ਉਹ ਵੇਖੋ ਹਰੀ ਭਰੀ, ਉਹ ਸੰਗਤ ਕਰਨ ਦੇ ਨਾਲ ਹਰੀ ਭਰੀ ਉਹ ਲੱਕੜ ਹੋ ਗਈ। ਵੇਖੋ ਇਸੇ ਤਰ੍ਹਾਂ ਸਤਿਗੁਰਾਂ ਨੇ ਤਾਰਿਆ, ਉਹ ਵੀ ਸੇਵਕ ਬਣਿਆ, ਇਸ ਘਰ ਦਾ ਰਾਜਾ ਵੀ ਸੇਵਕ ਬਣਿਆ। ਵੇਖੋ ਹਾਜ਼ਰੀਆਂ ਭਰਦਾ ਰਿਹਾ। ਸੋ ਇਸ ਕਰਕੇ ਕਰਮਾਂ ਨਾਲ ਇਹ ਸਮਾਂ ਆਪਾਂ ਨੂੰ ਸੁਭਾਗਾ ਮਿਲਿਆ ਹੈ। ਹੁਣ ਇਹ ਸਰੀਰ ਮਿਲਿਆ ਹੈ ਆਪਾਂ ਨੂੰ, ਇਸ ਦੇ ਨਾਲ ਲਾਹਾ ਲਓ। ਬੜੀ ਕਿਰਪਾ ਕੀਤੀ ਇਸ ਪਰਿਵਾਰ ਨੇ, ਬਹੁਤ ਸੰਗਤ ਕਰੀ। ਦਾਦਾ ਜੀ ਪੜਦਾਦਾ ਜੀ ਜਦੋਂ ਨਾਨਕਸਰ ਜਾਂਦੇ ਸਨ, ਥਾਂ ਸੇਵਾ ਕਰੀ। ਧੰਨ ਮਾਤਾ ਜੀ ਸਾਡੇ ਦਾਦੀ ਜੀ, ਉਹਨਾਂ ਨੇ ਵੀ ਵੇਖੋ ਬਹੁਤ ਸੇਵਾ ਕਰੀ। ਧੰਨ ਧੰਨ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਦੀ ਥਾਂ ਸੇਵਾ ਕਰੀ, ਦਰਸ਼ਨ ਕਰੇ ਉਹਨਾਂ ਨੇ। ਵੇਖੋ ਇਹ ਸਾਰਾ ਹੀ ਸੇਵਾ ਦਾ ਬਰ ਜਿਹੜੇ ਮਿਲੇ ਨੇ, ਕਿਰਪਾ ਹੋਈ ਹੈ। ਆਪਾਂ ਇੱਥੇ ਬੈਠੇ ਹਾਂ, ਸੁੰਦਰ ਸਥਾਨ ਹੈ, ਮਾਤਾ ਜੀ ਦੀ ਕਮਾਈ ਹੈ। ਵੇਖੋ ਬਹੁਤ ਕਹਿਣਾ ਪਿੰਡ ਦੇ ਵਿੱਚੋਂ ਵੀ ਮਾਤਾ ਜੀ ਨੂੰ ਵੀ ਤੁਹਾਡੇ 3 ਪੁੱਤਰ ਨੇ, ਕੋਈ ਕੰਮ ਕਾਰ ਤੇ ਲਾ ਦੇਵੋ, ਘਰੋਂ ਗਰੀਬੀ ਨਿਕਲ ਜਾਵੇਗੀ, ਨਿਕਲ ਜਾਵੇਗੀ ਘਰੋਂ ਗਰੀਬੀ ਨਿਕਲ ਜਾਵੇਗੀ। ਨਾਨਕਸਰ ਰਹਿਣ ਦਿਓ, ਤੁਸੀਂ ਕੀ ਕਰਨਾ ਉੱਥੇ ਜਾ ਕੇ, ਉਹਨਾਂ ਨੇ ਕਿਹੜਾ ਕੁਝ ਕੀਤਾ। ਪਰ ਮਾਤਾ ਜੀ ਦੇ ਇੱਕ ਹੀ ਇਹ ਬਚਨ ਹੁੰਦਾ ਸੀ, ਮਾਤਾ ਜੀ ਦਾ। ਧੰਨ ਮਾਤਾ ਜੀ ਵੇਖੋ ਬਚਨ ਹੁੰਦਾ ਸੀ, ਕਹਿੰਦੇ ਸੀ ਜੇ ਭੁੱਖੇ ਰਹਿਣਾ ਅਸੀਂ ਰਹਿ ਪਾਵਾਂਗੇ, 1 ਟਾਈਮ 2 ਟਾਈਮ ਦੀ ਰੋਟੀ ਨਹੀਂ ਮਿਲਦੀ, ਨਾ ਮਿਲੇ, ਪਰ ਅਸੀਂ ਨਾਨਕਸਰ ਨਹੀਂ ਅਸੀਂ ਛੱਡ ਸਕਦੇ, ਨਾਨਕਸਰ ਨਹੀਂ ਅਸੀਂ ਛੱਡ ਸਕਦੇ। ਵੇਖੋ ਮਾਤਾ ਜੀ ਦੇ ਬਚਨ ਹੁੰਦੇ ਸਨ, ਇਹ ਨਾਨਕਸਰ ਤੋਂ ਬਗੈਰ ਨਹੀਂ ਅਸੀਂ ਰਹਿ ਸਕਦੇ। ਸੰਗਤ ਕਰਦੇ ਰਹੇ, ਹਾਜ਼ਰੀਆਂ ਵੇਖੋ ਭਰਦੇ ਰਹੇ। ਬਾਬਾ ਜੀ ਆਪ ਵੀ ਵੇਖੋ ਤੇ ਕੈਸੀ ਕਿਰਪਾ ਵਰਤੀ। ਫਿਰ 1978 ਦੇ ਵਿੱਚ ਆਣ ਕੇ ਫਿਰ ਬਾਬਾ ਜੀ ਨੇ ਦਰਸ਼ਨ ਦਿੱਤੇ। ਫਿਰ ਬਚਨ ਕਰੇ, ਕੀ ਬਚਨ ਕਰੇ ਕਿ ਸਿੱਖਾ ਤੁਹਾਡੇ ਘਰ ਦੀ ਭਗਤੀ ਪੂਰੀ ਹੋ ਗਈ, ਅਸੀਂ ਆ ਗਏ। 1978 ਦੇ ਵਿੱਚ ਦਰਸ਼ਨ ਦੇ ਕੇ ਬਚਨ ਕਰੇ, ਅਸੀਂ ਆ ਗਏ, ਘਰ ਦੀ ਭਗਤੀ ਪੂਰੀ ਹੋ ਗਈ। ਨਾਮ ਜਪੋ ਤੇ ਨਾਮ ਜਪਾਓ, ਬਸ ਕੋਈ ਕੰਮ ਨਹੀਂ ਹੈ, ਨਾਮ ਜਪਣਾ ਤੇ ਨਾਮ ਜਪਾਉਣਾ। ਤੇ ਬਾਬਾ ਜੀ ਨੇ ਫਿਰ ਬੇਨਤੀ ਕਰਨ ਲੱਗੇ, ਜੀ ਇੱਥੇ ਕੌਣ ਕੋਈ ਆਵੇਗਾ, ਅਸੀਂ ਇਕੱਲੇ ਹੀ ਹਾਂ। ਬਾਬਾ ਨੰਦ ਸਿੰਘ ਜੀ ਬਚਨ ਕਰਨ ਲੱਗੇ ਵੀ ਜਿਨ੍ਹਾਂ ਨੇ ਸੰਗਤ ਕੀਤੀ ਨਾ, ਦਰਸ਼ਨ ਕਰੇ, 1-2 ਜਨਮ ਜਿਨ੍ਹਾਂ ਦੇ ਰਹਿ ਗਏ ਨਾ, ਅਸੀਂ ਉਹਨਾਂ ਨੂੰ ਆਪਣੇ ਆਪ ਹੀ ਘੇਰ ਕੇ ਇੱਥੇ ਤੇਰੇ ਕੋਲੇ ਲਿਆਇਆ ਕਰਾਂਗੇ, ਆਪਣੇ ਆਪ ਲਿਆਇਆ ਕਰਾਂਗੇ ਅਸੀਂ। ਬਾਬਾ ਜੀ ਨੇ ਬਚਨ ਕਰੇ। ਬਾਬਾ ਜੀ ਨੇ ਬੇਨਤੀ ਕਰੀ, ਜੀ ਸਾਡਾ ਤਾਂ ਸਰੀਰ ਢਿੱਲਾ ਰਹਿੰਦਾ ਹੈ, ਅਸੀਂ ਆਪ ਢਿੱਲੇ ਹਾਂ। ਬਾਬਾ ਨੰਦ ਸਿੰਘ ਜੀ ਬਚਨ ਕਰਨ ਲੱਗੇ, ਸਿੱਖਾ ਅਸੀਂ ਜਿਹੜੀ ਤੇਰੀ ਤਲੀ ਤੇ ਚੀਜ਼ ਰੱਖਣ ਲੱਗਿਆ ਨਾ, ਉਹ ਕਿਸੇ ਸਾਧੂ ਕੋਲੇ ਨਹੀਂ ਹੋਵੇਗੀ। ਆਪਾਂ ਬਿਨ ਦਵਾਈਆਂ ਤੋਂ ਹੀ ਆਰਾਮ ਕਰਿਆ ਕਰਾਂਗੇ, ਬਿਨ ਦਵਾਈਆਂ ਤੋਂ। ਵੇਖੋ ਬਿਨ ਦਵਾਈਆਂ ਤੋਂ। ਹੁਣ ਵੀ ਵੇਖੋ ਬਹੁਤ ਸੰਗਤ ਭੁਗਤ ਦੀ। ਸਿਆਲ ਦਾ ਸਮਾਂ ਸੀ, ਪਿੱਛੇ ਸਿਆਲ ਲੰਘਿਆ ਤੇ ਬਾਬਾ ਜੀ ਉਦੋਂ ਬਾਹਰ ਧੁੱਪੇ ਬੈਠਦੇ ਹੁੰਦੇ ਸਨ, ਕਿਤੇ ਮਾਘ ਦੇ ਮਹੀਨੇ ਦੇ ਵਿੱਚ ਜਾਂ ਬੈਠੇ ਦਾਸ ਵੀ ਕੋਲੇ, ਉਭੈਂਗਮ ਸਿੰਘ ਹੋਰ ਵੀ ਖੜੇ, ਇੱਕ ਮਾਤਾ, ਉਸ ਦੇ ਨਾਲ ਉਸ ਦਾ ਪੁੱਤਰ। ਮਾਤਾ ਦੇ ਦਰਦ ਹੁੰਦਾ ਸੀ, ਕਿਤੇ ਕੋਟੀ ਸੇਖਾਂ ਪਿੰਡ ਹੈ ਉਹ ਸ਼ਹਿਰ, ਉੱਦਾਂ ਦੇ ਕੋਲ ਉੱਥੋਂ ਨੇੜੇ ਤੇੜਿਓਂ ਸੀ ਉਹ ਮਾਤਾ ਨੇ ਬੇਨਤੀ ਕਰੀ ਵੀ ਦਰਦ ਹੁੰਦਾ ਹੈ, ਵੀ ਡਾਕਟਰਾਂ ਨੂੰ ਮਾੜਾ ਜਿਹਾ ਦਿਖਾਇਆ ਤਾਂ ਸੀ, ਜੋ ਹੋਰ ਹੀ ਬਿਮਾਰੀ ਕਹਿੰਦੇ ਨੇ, ਉਹ ਕੈਂਸਰ ਦਾ ਵੀ ਮਾੜਾ ਜਿਹਾ ਕਹਿੰਦੇ ਨੇ ਉਹ। ਬਾਬਾ ਜੀ ਨੇ ਵੇਖਿਆ, ਬਾਬਾ ਜੀ ਬਚਨ ਕਰਨ ਲੱਗੇ ਵੀ ਘਰੇ ਸ਼ਰਾਬ ਕੋਈ ਪੀਂਦਾ ਕੋਈ? ਮਾਤਾ ਕਹਿਣ ਲੱਗੀ, ਨਹੀਂ ਜੀ ਸਾਡਾ ਤਾਂ ਅੰਮ੍ਰਿਤ ਛਕਿਆ ਹੈ। ਵੀ ਘਰ ਵਾਲਾ ਜੀ, ਉਹਦਾ ਵੀ ਅੰਮ੍ਰਿਤ ਛਕਿਆ ਹੈ। ਬਾਬਾ ਜੀ ਨੇ ਫੇਰ ਵੇਖਿਆ ਵੀ ਆਹ ਨਾਲ ਕੌਣ ਹੈ ਤੇਰੇ ਬੈਠਾ? ਕਹਿਣ ਲੱਗੀ, ਜੀ ਇਹ ਤਾਂ ਮੇਰਾ ਪੁੱਤ ਹੈ। ਉਹਦੇ ਰੁਮਾਲ ਬੰਨਿਆ ਵਾ ਸੀ, ਵੇਖੋ 25-26 ਸਾਲ ਦਾ ਸੀ ਉਹ, ਸਿਰੋਂ ਕੋਈ ਪੱਗ ਨਹੀਂ ਸੀ, ਉਹੀ ਰੁਮਾਲ ਬੰਨਿਆ ਵਾ ਸੀ ਉਸਦੇ। ਬਾਬਾ ਜੀ ਬਚਨ ਕਰਨ ਲੱਗੇ ਵੀ ਤੁਹਾਡਾ ਅੰਮ੍ਰਿਤ ਛਕਿਆ, ਇਹਦੇ ਸਿਰ ਤੇ ਦਾੜੀ ਨਾ ਕੇਸ ਇਹਦੇ। ਮਾਤਾ ਕਹਿਣ ਲੱਗੀ, ਜੀ ਹਾਂਜੀ ਜੀ, ਫਿਰ ਬਾਹਰ ਬੂਰ ਜਾਣਾ ਪੈਂਦਾ ਹੈ, ਇਹਨੂੰ ਆਸੇ ਪਾਸੇ ਜਾਣਾ ਹੈ,
ਇਹ ਫਿਰ ਕੰਮ ਕਾਰ ਕਰਦਾ ਹੈ ਬਾਹਰ। ਬਾਬਾ ਜੀ ਬਚਨ ਕਰਨ ਲੱਗੇ ਸ਼ਰਾਬ ਉਹ ਤਾਂ ਨਹੀਂ ਬੋਲਿਆ। ਮਾਤਾ ਕਹਿਣ ਲੱਗੀ ਜੀ ਇਹ ਘੁੱਟ ਘੁੱਟ ਪੀ ਪੂ ਲੈਂਦਾ ਜੀ, ਫਿਰ ਮਾੜੀ ਮੋਟੀ ਕਰਨੀ ਪੈਂਦੀ ਹੈ। ਬਾਬਾ ਜੀ ਬਚਨ ਬਹੁਤ ਕੀਤੇ, ਫਿਰ ਤਾਂਹੀਓ ਬਾਬਾ ਜੀ ਬਚਨ ਕਰਨ ਲੱਗੇ ਵੀ ਇਹ ਤਕਲੀਫ ਦੁੱਖ ਹੈ। ਬਾਬਾ ਜੀ ਉਸ ਬੱਚੇ ਨੂੰ ਕਹਿਣ ਲੱਗੇ ਉਸ ਨੂੰ ਵੀ ਤੂੰ ਦਾੜੀ ਕੇਸ ਰੱਖ, ਤੂੰ ਸਿੱਖ ਬਣ ਬਈ, ਤੂੰ ਅੰਮ੍ਰਿਤ ਛਕ ਲਾ, ਅਸੀਂ ਬਚਨ ਕਰ ਦਿੰਦੇ ਹਾਂ ਬਿਨ ਦਵਾਈ ਤੋਂ ਤੇਰੀ ਮਾਤਾ ਨੂੰ ਆਰਾਮ ਕਰ ਦੇਵਾਂਗੇ, ਤੂੰ ਗੁਰਸਿੱਖ ਬਣ ਜਾ, ਦਾੜੀ ਕੇਸ ਰੱਖ ਲਾ। ਉਹ ਨਾ ਨੀਵੀਂ ਪਾਈ ਬੈਠਾ ਤੇ ਮਾੜਾ ਜਿਹਾ ਜਾਨੀ ਬਾਬਾ ਜੀ ਵੱਲ ਉਸਨੇ ਵੇਖਿਆ ਤੇ ਉਹ ਹੱਸਿਆ ਮਨ ਵਿੱਚ ਉਹਦੇ ਫੌਰਨਾ ਬਣੀ ਜਾਵੇ। ਬਾਬਾ ਜੀ ਨੇ ਸਮੱਤ ਬਖਸ਼ੀ ਵੀ ਮਾਤਾ ਢਿੱਲੀ ਮੇਰੀ, ਦਰਦ ਇਹਦੇ ਹੁੰਦਾ, ਅੰਮ੍ਰਿਤ ਇਹਦਾ ਛਕਿਆ, ਸ਼ਰਾਬ ਮੈਂ ਪੀਨਾ, ਤਕਲੀਫ ਮਾਤਾ ਨੂੰ ਹੈ ਤੇ ਸ਼ਰਾਬ ਛੱਡਣ ਨੂੰ ਮੈਨੂੰ ਕਹੀ ਜਾਂਦੇ ਨੇ। ਬਾਬਾ ਜੀ ਨੇ ਉਸੇ ਟਾਈਮ ਕਾਂਟਾ ਬਦਲਿਆ। ਬਾਬਾ ਜੀ ਬਚਨ ਕਰਨ ਲੱਗੇ ਹਾਂ ਸਾਨੂੰ ਪਤਾ ਤੂੰ ਸ਼ਰਾਬ ਪੀਣਾ, ਤਕਲੀਫ ਤੇਰੀ ਮਾਤਾ ਨੂੰ ਹੈ। ਕਿਉਂ ਹੈ ਤੈਨੂੰ ਪਤਾ ਕਿਉਂ ਹੈ? ਮਾਤਾ ਨੂੰ ਕਿਤੇ ਪੁੱਛੀ ਵੀ ਤੈਨੂੰ ਕਿਸ ਤਰ੍ਹਾਂ ਇਸਨੇ ਮੰਗਿਆ। ਮਾਤਾ ਨੂੰ ਪੁੱਛੀ ਇਹਨੇ ਗੁਰਦੁਆਰੇ ਜਾ ਅਰਦਾਸਾਂ ਬੇਨਤੀਆਂ ਕਰੀਆਂ ਸੀ ਕਿ ਸਤਿਗੁਰ ਘਰ ਵਿੱਚ ਕੋਈ ਬੱਚਾ ਹੋਵੇ ਤਾਂ ਮੈਂ ਉਸ ਨੂੰ ਤੁਹਾਡਾ ਸਿੰਘ ਬਣਾਵਾਂਗੀ। ਆ ਪੁੱਛ ਮਾਤਾ ਨੂੰ। ਬਾਬਾ ਜੀ ਨੇ ਇਸੇ ਤਰ੍ਹਾਂ ਬਚਨ ਕਰੇ। ਮਾਤਾ ਰੋਣ ਲੱਗ ਗਈ ਇੰਨੇ ਟਾਈਮ 'ਚ, ਕਹਿਣ ਲੱਗੀ ਹਾਂ ਬਾਬਾ ਜੀ ਇਸੇ ਤਰ੍ਹਾਂ ਹੀ ਸੀ, ਘਰ ਵਿੱਚ ਪੁੱਤਰ ਹੁੰਦਾ ਨਹੀਂ ਸੀ ਜੀ, 4 ਸਾਲ ਹੋ ਗਏ ਸਨ ਵਿਆਹ ਹੋਏ ਨੂੰ। ਘਰ ਦੇ ਵੀ ਫਿਰ ਗੱਲਾਂ ਕਰਦੇ ਸੀ ਉੱਚੀਆਂ ਨੀਵੀਆਂ ਜੀਆਂ, ਤੇ ਫਿਰ ਮੈਂ ਤਾਂ ਸਾਡਾ ਦੂਸਰਾ ਪਰਿਵਾਰ, ਅਸੀਂ ਪਹਿਲਾਂ ਤੋਂ ਨਾਨਕਸਰ ਸੀ, ਮੇਰੇ ਉਧਰਲੇ ਦੂਸਰੇ ਪਰਿਵਾਰ ਨਾਨਕਸਰ ਹਾਜ਼ਰੀ ਭਰਦੇ ਸੀ, ਉਧਰੋਂ ਕੌਂਕਿਆਂ ਵੱਲੋਂ ਸੀ ਉਹ, ਅਸੀਂ ਪਹਿਲਾਂ ਹੀ ਸੀ, ਮੇਰੀ ਭਾਵਨਾ ਸੀ ਬਾਬਾ ਜੀ। ਤੇ ਮੈਂ ਫਿਰ ਗੁਰਦੁਆਰਾ ਸਾਹਿਬ ਜਾਂਦੀ ਸੀ ਤੇ ਅਰਦਾਸ ਬੇਨਤੀ ਬਾਬਾ ਜੀ ਮੈਂ ਕਰਦੀ ਸੀ ਕਿ ਮੈਂ ਸਿੰਘ ਬਣਾਵਾਂਗੀ। ਪਰ ਬਾਬਾ ਜੀ ਪਤਾ ਨਹੀਂ ਹੁਣ ਇਹਨੂੰ ਮੈਂ ਬਹੁਤ ਕਹਿੰਦੀ ਹਾਂ। ਤੇ ਬਾਬਾ ਜੀ ਨੇ ਫਿਰ ਉਦੋਂ ਇਸੇ ਤਰ੍ਹਾਂ ਬਚਨ ਕਰੇ ਵੀ ਤੂੰ ਦਾੜੀ ਕੇਸ ਰੱਖ, ਇਹਨੂੰ ਪੁੱਛ ਤੇਰੀ ਮਾਤਾ ਨੇ ਕਿੰਨਾ ਦੁੱਖ ਪਾਇਆ, ਤੈਨੂੰ ਕਿਸ ਤਰ੍ਹਾਂ ਪਾਲਿਆ ਪਲੋਸਿਆ, ਤੂੰ ਜੇ ਹੁਣ ਦਾੜੀ ਕੇਸ ਰੱਖ ਲਵੇਂ ਤਾਂ ਤੇਰੀ ਮਾਤਾ ਨੂੰ ਸੁੱਖ ਮਿਲ ਜੂ, ਦੁੱਖ ਤਾਂਹੀਓ ਤੇਰੀ ਮਾਤਾ ਨੂੰ ਮਿਲਦਾ ਕਿ ਤੂੰ ਕਿੱਧਰਲੇ ਪਾਸੇ ਤੁਰਿਆ ਫਿਰਦਾ। ਜਦੋਂ ਐਸੇ ਬਚਨ ਕਰੇ ਉਹ ਰੋਣ ਲੱਗਿਆ, ਫਿਰ ਉਹ ਵੀ ਅੱਖਾਂ ਜਿਹੀਆਂ ਭਰੀਆਂ ਉਸਦੇ। ਕਹਿਣ ਲੱਗਾ ਬਾਬਾ ਜੀ ਫਿਰ ਤੁਸੀਂ ਕਿਰਪਾ ਕਰ ਦਿਓ, ਮੈਂ ਆਪਣੀ ਮਾਤਾ ਦਾ ਦੁੱਖ ਨਹੀਂ ਵੇਖ ਸਕਦਾ। ਬਹੁਤ ਇਲਾਜ ਕਰਵਾਇਆ। ਕਹਿਣ ਲੱਗਾ ਜੀ ਮੈਂ ਦਾੜੀ ਕੇਸ ਵੀ ਰੱਖ ਲੂੰ, ਮੈਂ ਅੰਮ੍ਰਿਤ ਵੀ ਛਕ ਲੂੰ, ਤੁਸੀਂ ਹੁਣ ਇਹਦੇ ਜਿਹੜਾ ਦਰਦ ਹੁੰਦਾ ਕਿਰਪਾ ਕਰੋ। ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਵੀ ਵੇਖ ਮਾਤਾ, ਕਹਿ ਧੰਨ ਗੁਰੂ ਨਾਨਕ, ਵਾਹਿਗੁਰੂ ਜਪ। ਮਾਤਾ ਨੇ ਜਪਿਆ ਤੇ ਮਾਤਾ ਨੂੰ ਸੌਖਾ ਸਾਹ ਆਇਆ। ਕਹਿਣ ਲੱਗੀ ਜੀ ਅੱਗੇ ਨਾਲੋਂ ਦਰਦ ਦਾ ਬਹੁਤ ਫਰਕ ਪੈ ਗਿਆ, ਹੁਣ ਫਰਕ ਹੈ। ਬਾਬਾ ਜੀ ਬਚਨ ਕਰਨ ਲੱਗੇ ਕੋਈ ਨਾ ਮਾਤਾ, ਜਦੋਂ ਇਹਨੇ ਅੰਮ੍ਰਿਤ ਛਕ ਲਿਆ ਨਾ, ਸੋਹਣਾ ਸਿੰਘ ਸੱਜ ਗਿਆ, ਜਾਂ ਮਾਤਾ ਜਿਹੜਾ ਐਕਸਰਾ ਮਰਜ਼ੀ ਕੁਝ ਮਰਜ਼ੀ ਕਰਾ ਲਈ, ਉਹਦੇ ਵਿੱਚ ਕੁਛ ਨਹੀਂ ਹੁੰਦਾ, ਅਸੀਂ ਤੈਨੂੰ ਬਚਨ ਕਰ ਦਿੰਦੇ ਹਾਂ। ਹੋਇਆ ਵੀ ਇਸੇ ਤਰ੍ਹਾਂ, ਵੇਖੋ ਹੋਇਆ ਵੀ। ਵੇਖਦਿਆਂ 15 ਦਿਨਾਂ ਬਾਅਦ ਮੱਸਿਆ ਸੀ, ਉਸਨੇ ਅੰਮ੍ਰਿਤ ਵੀ ਛਕ ਲਿਆ, ਸੰਗਤ ਵੀ ਕਰਨ ਲੱਗਿਆ ਫਿਰ, ਤੇ ਐਸੀ ਕਿਰਪਾ ਵਰਤੀ ਤੇ ਉਹ ਪਰਿਵਾਰ ਹੁਣ ਆਉਂਦੇ ਮਿਹਰ ਹੈ। ਵੇਖੋ ਵਰਤਦੀ ਜਾਣੀ ਬਾਬਾ ਨੰਦ ਸਿੰਘ ਜੀ ਦੇ ਬਚਨ ਨੇ। ਵੇਖੋ ਇਸੇ ਤਰ੍ਹਾਂ ਸੰਗਤਾਂ ਬਹੁਤ ਆਉਂਦੀਆਂ, ਹਾਜ਼ਰੀਆਂ ਭਰਦੀਆਂ, ਲਾਹਾ ਲੈਂਦੀਆਂ ਨੇ, ਬਹੁਤ ਦੂਰੋਂ ਸੰਗਤਾਂ ਆਉਂਦੀਆਂ ਨੇ। ਅੱਜ ਵੀ ਬਾਬਾ ਜੀ ਟਿੱਬਾ ਸਾਹਿਬ ਤੋਂ ਉੱਥੇ ਸੰਗਤਾਂ ਨੂੰ ਭਗਤਾ ਕੇ ਆਏ ਨੇ। ਆਪਣੇ ਵੀ ਬਹੁਤ ਵੱਡੇ ਭਾਗ ਨੇ। ਭਾਗ ਹੁਆ ਗੁਰ ਸੰਤ ਮਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ। ਇਹ ਕਰਮਾਂ ਨਾਲ ਹੀ ਆਪਾਂ ਨੂੰ ਇਹ ਸਮਾਂ ਮਿਲਦਾ ਹੈ। ਬਾਬਾ ਨੰਦ ਸਿੰਘ ਜੀ ਦੇ ਬਚਨ ਹੋਏ ਵੇ ਨੇ। ਦੇਖੋ ਸੋ ਬਾਬਾ ਜੀ ਨੇ ਬਚਨ ਕਰਿਆ ਕਿ ਤੇਰੀ ਤਲੀ ਤੇ ਇਹ ਚੀਜ਼ ਰੱਖਣ ਲੱਗਿਆ ਕਿਸੇ ਸਾਧੂ ਕੋਲੇ ਨਹੀਂ ਹੋਵੇਗੀ। ਵੇਖੋ ਬਿਨ ਦਵਾਈਆਂ ਤੋਂ ਹੀ ਆਰਾਮ ਆਵੇਗਾ। ਵੇਖੋ ਇਸੇ ਤਰ੍ਹਾਂ ਸਭ ਨੂੰ ਹੀ ਪਤਾ ਹੈ। ਸੋ ਕਰਮਾਂ ਨਾਲ ਇਹ ਸਮਾਂ ਮਿਲਿਆ ਹੈ। ਸੋ ਆਓ ਆਪਾਂ ਵੀ ਸਾਰੇ ਸ਼ਰਧਾ ਭਾਵਨਾ ਨਾਲ ਬੈਠੀਏ, ਝੋਲੀਆਂ ਪੱਲੇ ਖੁੱਲ੍ਹੇ ਕਰੀਏ। ਕਰਮਾਂ ਨਾਲ ਸਮਾਂ ਮਿਲਿਆ ਹੈ, ਲਾਹਾ ਲਈਏ। ਆਪਾਂ ਸਾਰੇ ਹੀ ਸਮਾਂ ਹੈ ਦਰਗਾਹੀ ਬਚਨਾਂ ਦਾ ਵੀ, ਸਾਰੇ ਹੀ ਆਪਾਂ ਹਾਜ਼ਰੀ ਭਰ ਕੇ ਸਰਵਣ ਕਰੀਏ। ਸੁਣੀ ਅਰਦਾਸ ਸੁਆਮੀ ਮੇਰਾ,
ਕਲਾ ਬਣਾਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਅੰਗੀਕਾਰ ਕੀਓ ਮੇਰੇ ਕਰਤੇ, ਗੁਰਪੂਰੇ ਕੀ ਵਡਿਆਈ। ਆਪ ਚਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ। ਸੋ ਆਓ ਗੁਰਸਿੱਖ ਵੀਰ ਬਜ਼ੁਰਗ ਮਾਈ ਭਾਈ, ਅਤੀ ਵੱਡੇ ਭਾਗਾਂ ਵਾਲੇ ਹਨ। ਇਹ ਸਮਾਂ ਅਣਮੁੱਲਾ ਮਿਲਿਆ ਹੈ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨ ਲੱਗਾ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ ਨ ਵਸਾਏ। ਸੋ ਆਓ ਗੁਰਸਿੱਖੋ ਮਾਈ ਭਾਈ, ਅਤੀ ਵੱਡੇ ਭਾਗਾਂ ਵਾਲੇ ਹਨ ਜੋ ਪਰਸੋਂ ਮੱਸਿਆ ਦੇ ਦਿਹਾੜੇ 'ਤੇ ਹਜ਼ੂਰ ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲੇ ਪ੍ਰਕਾਸ਼ ਦਾ ਦਿਹਾੜਾ ਮਨਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਾ ਦਿਹਾੜਾ, ਉਹਦੇ ਸੰਬੰਧ ਵਿੱਚ ਛੀਨੀਆਲ ਦੀਵਾਨ ਰੱਖਿਆ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਰਾ, ਇੱਥੋਂ ਦੇ ਪ੍ਰਬੰਧਕ ਗੁਰੂ ਪਿਆਰੇ ਸਾਰੇ ਰਲ ਕੇ, ਸਾਰੇ ਪਿੰਡਾਂ ਦੀ ਸੰਗਤ ਪਹਿਲੇ ਪਾਤਸ਼ਾਹ ਦਾ ਦਿਹਾੜਾ ਮਨਾਉਣ ਵਾਸਤੇ ਆਪਾਂ ਆਏ ਹਾਂ। ਅਤੇ ਜਿੰਨੇ ਵੀ ਆਏ ਹਾਂ ਸਾਰੇ, ਸਭ ਨੂੰ ਲੱਖ ਲੱਖ ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ। ਜਿੰਨੇ ਵੀ ਆਏ ਹਾਂ ਭਾਗਾਂ ਵਾਲੇ ਹਾਂ। ਗੁਰੂ ਸਾਹਿਬ ਨੇ ਬੜੀ ਖੇਚਲ ਕੀਤੀ ਹੈ ਆਪਣੇ ਉੱਤੇ। ਅੱਗੇ ਦਰਬਾਰ ਸਾਹਿਬ ਦੇ ਵਿੱਚ ਸੁਬਾਹ ਦੀਵਾਨ ਸਜਦਾ ਸੀ, ਸੁਬਾਹ 7 ਵਜੇ ਤਾਈਂ, 4 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ, ਫਿਰ 9 ਵਜੇ ਤੋਂ 12 ਵਜੇ ਤਾਈਂ ਦੀਵਾਨ ਸਜਦਾ ਸੀ, 12 ਵਜੇ ਤਾਈਂ। ਇਸ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਫਿਰ 12 ਵਜੇ ਸਮਾਪਤੀ ਹੋ ਜਾਂਦੀ ਸੀ ਅਤੇ ਦਰਬਾਰ ਬੰਦ ਹੋ ਜਾਂਦਾ ਸੀ, ਜਾਣੀ ਬਾਹਰ ਨੂੰ ਜਿੰਦਾ ਲਾਇਆ ਜਾਂਦਾ ਸੀ, ਬੰਦ ਹੋ ਜਾਂਦਾ ਸੀ। ਦੂਰੋਂ ਦੂਰੋਂ ਤੁਰ ਕੇ ਆਈਆਂ ਸੰਗਤਾਂ ਬਾਹਰੋਂ ਮੱਥਾ ਟੇਕ ਕੇ ਮੁੜ ਜਾਂਦੀਆਂ ਸੀ। ਉਸ ਟਾਈਮ 'ਤੇ ਸ਼ਾਮ ਨੂੰ ਦੀਵਾਨ ਸ਼ੁਰੂ ਹੁੰਦਾ ਸੀ, 5-6 ਵਜੇ ਦੀਵਾਨ ਸ਼ੁਰੂ ਹੋਣਾ, ਰਾਤ ਨੂੰ 10 ਵਜੇ ਤੇ ਦੀਵਾਨ ਚੱਲਣਾ। ਫਿਰ ਸੰਗਤਾਂ ਫਿਰ ਘਰੋਂ ਘਰੀ ਹੁੰਦੀਆਂ ਸੀ, ਥੋੜ੍ਹੀ ਸੰਗਤ ਭੁਗਤਦੀ ਸੀ, ਤੁਰਦੀ ਸੀ। ਅਤੇ ਇਸ ਟਾਈਮ 'ਤੇ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹੇ ਨਿਰੰਕਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਵੀ ਤੁਸੀਂ ਰਾਤ ਨੂੰ ਆਰਾਮ ਕਰ ਲਿਆ ਕਰੋ ਅਤੇ ਦਿਨੇ ਸਾਰੀ ਦਿਹਾੜੀ ਸੰਗਤਾਂ ਨੂੰ ਦਰਸ਼ਨ ਦਿਆ ਕਰੋ। ਗੁਰੂ ਜੀ ਸੰਗਤਾਂ ਦੀ ਬੇਨਤੀ ਸੁਣ ਕੇ ਬਚਨ ਕਰਨ ਲੱਗੇ, ਕੋਈ ਨਹੀਂ, ਸਮਾਂ ਆਵੇਗਾ, ਅਸੀਂ ਬੈਠਿਆ ਕਰਾਂਗੇ, ਅਸੀਂ ਐਸਾ ਨਾਮ ਦਾ ਜਹਾਜ਼ ਤਿਆਰ ਕਰਦੇ ਹਾਂ, ਨਾਮ ਦਾ ਜਹਾਜ਼ ਤਿਆਰ ਕਰਦੇ ਹਾਂ, ਜਦੋਂ ਵੀ ਕੋਈ ਆਣ ਕੇ ਮੱਥਾ ਟੇਕ ਕੇ ਬੇੜੇ 'ਚ ਬਹਿ ਜਾਵੇ, ਉਦੋਂ ਹੀ ਭਵਜਲ ਸਾਗਰ ਤੋਂ ਪਾਰ ਹੋ ਜਾ ਕਰੇਗਾ। ਇਉਂ ਆਖਿਆ। ਇਹ ਗੁਰੂ ਮਹਾਰਾਜ ਜੀ ਨੇ 3.5 ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਉਧਰ ਦਰਬਾਰ ਬਣਨਾ ਸ਼ੁਰੂ ਹੋ ਗਿਆ, ਦਰਬਾਰ ਸਾਹਿਬ। ਬਹੁਤ ਸਮੇਂ ਵਿੱਚ ਦਰਬਾਰ ਸਾਹਿਬ ਬਣਾਇਆ, ਬਹੁਤ ਸੁੰਦਰ ਦਰਬਾਰ ਸਾਹਿਬ ਬਣਾਇਆ, ਸੁਨਹਿਰੀ।
ਕੋਈ ਕਹਿੰਦਾ ਸੀ ਗੁਰੂ ਰਾਮਦਾਸ ਦਾ ਆਸਣ ਲੱਗੇਗਾ, ਕੋਈ ਕੁਛ ਕਹਿੰਦਾ ਸੀ, ਕੋਈ ਕਹਿੰਦਾ ਸੀ ਗੁਰੂ ਅਰਜਨ ਸਾਹਿਬ ਇੱਥੇ ਬੈਠਿਆ ਕਰਨਗੇ। ਪਰ ਗੁਰੂ ਸਾਹਿਬਾਂ ਦਾ ਇਹ ਕੋਈ ਪਤਾ ਨਹੀਂ ਸੀ। ਤੇ ਗੁਰੂ ਸਾਹਿਬ ਨੇ ਫਿਰ ਭਾਦੋਂ ਦੇ ਮਹੀਨੇ ਵਿੱਚ ਪ੍ਰਕਾਸ਼ ਕਰਕੇ ਤੇ ਦਰਬਾਰ ਸਾਹਿਬ ਦੇ ਵਿੱਚ ਹਰੀ ਮੰਦਰ ਨਾਂ ਰੱਖਿਆ। ਇਹ ਹਰੀ ਦਾ ਮੰਦਰ ਹੈ ਜਿੱਥੇ ਸਤਿਗੁਰ ਬੈਠੇ ਹੈ। ਤੇ ਬਚਨ ਕੀਤਾ ਵੀ ਜੋ ਇੱਥੇ ਆਵੇਗਾ ਸੋ ਮੋਹ ਮੰਗੀਆਂ ਮਰਾਦਾਂ ਪਾਵੇਗਾ। ਇਉਂ ਮੋਹਰ ਲਾਈ। ਸਤਿਗੁਰਾਂ ਜੀ ਨੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਤੇ ਬਚਨ ਕੀਤਾ ਹੁਕਮਨਾਮਾ ਲਵੋ। ਬਾਬਾ ਬੁੱਢਾ ਜੀ ਨੂੰ ਆਖਿਆ, ਗੁਰੂ ਅਰਜਨ ਸਾਹਿਬ ਤੇ ਚੌਰ ਹੁੰਦਾ ਸੀ ਅੱਗੇ, ਗੁਰੂ ਅਰਜਨ ਸਾਹਿਬ ਚੌਰ ਕਰਨ ਲੱਗ ਗਏ ਗੁਰੂ ਗ੍ਰੰਥ ਸਾਹਿਬ ਤੇ। ਉਹ ਟਾਈਮ ਤੇ ਪੋਥੀ ਸਾਹਿਬ ਨਾਂ ਸੀ ਗੁਰੂ ਗ੍ਰੰਥ ਸਾਹਿਬ ਦਾ। ਗੁਰੂ ਗ੍ਰੰਥ ਸਾਹਿਬ ਤੇ ਇਹ ਚੌਰ ਹੋਣ ਲੱਗ ਗਿਆ। ਸਤਿਗੁਰ ਜੀ ਆਪ ਖੜ ਕੇ ਚੌਰ ਕਰਦੇ ਸੀ। ਬਾਬਾ ਬੁੱਢਾ ਜੀ ਨੂੰ ਤਾਬਿਆ ਬਿਠਾਇਆ, ਤਾਬਿਆ ਗੁਰੂ ਸਾਹਿਬ ਪ੍ਰਕਾਸ਼ ਕੀਤੇ, ਪ੍ਰਕਾਸ਼ ਕੀਤੇ। ਤੇ ਗੁਰੂ ਸਾਹਿਬ ਨੂੰ ਪ੍ਰਕਾਸ਼ ਜਦੋਂ ਕੀਤੇ ਗਏ, ਸਤਿਯੁਗ ਵਿੱਚ, ਦੁਆਪਰ ਵਿੱਚ, ਤ੍ਰੇਤੇ ਵਿੱਚ, ਇਉਂ ਹਰੀ ਦੇ ਮੰਦਰ ਵਿੱਚ ਕਦੇ ਵੀ ਗੁਰੂ ਦੀ ਆਵਾਜ਼ ਨਹੀਂ ਆਈ। ਗੁਰੂ ਬੋਲਦਾ ਨਹੀਂ ਸੀ ਹੁੰਦਾ। ਮੰਦਰ ਬਹੁਤ ਸੋਹਣੇ ਬਣ ਜਾਂਦੇ ਸੀਗੇ, ਮੰਦਰ ਬਹੁਤ ਵਧੀਆ ਬਣ ਜਾਂਦੇ ਸੀ, ਵੱਡੇ ਵੱਡੇ ਮੰਦਰ ਸੀ। ਸ਼ੰਖ ਮਲਮਲ ਲੱਗ ਜਾਂਦਾ ਸੀ, ਹੀਰੇ ਮੋਤੀ ਵੀ ਲੱਗ ਜਾਂਦੇ ਸੀ, ਸੋਨਾ ਵੀ ਲੱਗ ਜਾਂਦਾ ਸੀ। ਪਰ ਇੱਕ ਦੁੱਖ ਦੀ ਗੱਲ ਹੁੰਦੀ ਸੀ, ਉੱਥੇ ਪੱਥਰ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਸੀ ਵਿੱਚ। ਜੇ ਕੋਈ ਬੰਦਾ ਪਾਨ ਲਾਉਂਦਾ ਨਾ ਮੂੰਹ 'ਚ, ਆਣ ਕੇ ਮੱਥਾ ਟੇਕਦਾ ਹੈ, ਉਹਨੂੰ ਅੰਦਰੋਂ ਹਟਾਇਆ ਨਹੀਂ ਸੀ ਜਾਂਦਾ। ਪੱਥਰ ਦੀਆਂ ਮੂਰਤੀਆਂ 'ਚੋਂ ਆਵਾਜ਼ ਨਹੀਂ ਸੀ ਆਉਂਦੀ ਬਈ ਤੂੰ ਪਾਨ ਨਾ ਲਾ। ਜੇ ਕੋਈ ਬੀੜਾ, ਸ਼ਰਾਬ, ਹੁੱਕਾ, ਤਮਾਕੂ ਵਰਤਦਾ ਸੀ, ਉਹਨੂੰ ਮੰਦਰ ਦੇ ਵਿੱਚੋਂ ਆਵਾਜ਼ ਨਹੀਂ ਸੀ ਆਉਂਦੀ ਕੋਈ। ਸਤਿਯੁਗ ਵਿੱਚ, ਦੁਆਪਰ, ਤ੍ਰੇਤੇ ਵਿੱਚ ਮੂਰਤੀਆਂ ਰੱਖੀਆਂ ਜਾਂਦੀਆਂ ਸੀ। ਬਸ ਜਿੰਨੇ ਪੁਜਾਰੀ ਸੀ ਉਹ ਵੈਸ਼ਨੂੰ ਹੁੰਦੇ ਸੀ, ਤੇ ਜਿੰਨੀ ਦੁਨੀਆ ਹੁੰਦੀ ਸੀ, ਜਿਵੇਂ ਆਉਣਾ ਉਵੇਂ ਹੀ ਮੁੜ ਜਾਣਾ। ਉਹਨਾਂ ਤੇ ਕੋਈ ਅਸਰ ਨਹੀਂ ਸੀ ਪੈਂਦਾ। ਜਿਵੇਂ ਤੁਸੀਂ ਆਏ ਆ ਇੱਥੇ, ਹੁਣ ਵਚਨ ਹੋ ਰਹੇ ਹੈ, ਕਿੰਨੇ ਸੋਹਣੇ ਵਚਨ ਹੋ ਰਹੇ ਹੈ। ਫਿਰ ਗੁਰਮੁਖਾਂ ਨੇ ਵਚਨ ਕੀਤੇ ਹੈ, ਵਚਨ ਕੀਤੇ ਹੈ, ਫਿਰ ਕੀਰਤਨ ਹੋਇਆ। ਆਪਣੇ ਮਨਾਂ ਤੇ ਪ੍ਰਭਾਵ ਪੈਂਦਾ। ਹੁਣ ਸਿੱਖਿਆ ਮਿਲਦੀ ਹੈ। ਕਲਯੁਗ ਵਧਿਆ ਕਿਉਂ? ਇਸੇ ਕਰਕੇ ਵਧਿਆ। ਮੰਦਰਾਂ ਵਿੱਚ ਪੱਥਰ ਦੀਆਂ ਮੂਰਤੀਆਂ ਪਈਆਂ ਹੁੰਦੀਆਂ ਸੀ, ਤੇ ਉਹ ਸਾਹ ਮੂਰਤੀਆਂ ਜਿਹੜੀਆਂ ਬੋਲਦੀਆਂ ਨਹੀਂ ਸੀ, ਬੋਲਦੀਆਂ ਨਹੀਂ ਸੀ। ਕਦੇ ਵੀ ਕਿਸੇ ਪੱਥਰ ਦੀ ਮੂਰਤੀ ਨੇ ਕਿਹਾ ਨਹੀਂ ਵੀ ਨਿੰਦਿਆ ਮਾੜੀ ਹੈ, ਚੁਗਲੀ ਮਾੜੀ ਹੈ, ਝੂਠ ਮਾੜਾ, ਚੋਰੀ ਮਾੜੀ ਹੈ, ਹੁੱਕਾ ਮਾੜਾ, ਸ਼ਰਾਬ ਮਾੜਾ, ਬੋਲਦੀਆਂ ਨਹੀਂ। ਜਦੋਂ ਗੁੰਗਾ ਠਾਕਰ ਹੈ, ਜਦੋਂ ਠਾਕਰੀ ਗੁੰਗਾ ਹੈ ਤੇ ਬੋਲੂ ਕੀ? ਇਹ ਗੁਰੂ ਸਾਹਿਬ ਨੇ ਕਲਯੁਗ ਵਿੱਚ, ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਆਦ ਨਿਰੰਜਨ ਹੈ ਗੁਰੂ ਨਾਨਕ, ਤਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰ ਲੋਕ ਸੁਣਿਓ, ਬਿਰਧ ਲੋਕ ਸੁਣਿਓ, ਸਭ ਦਰਸ਼ਨ ਪਾਇਓ।
ਇਹ ਆਪਾਂ ਨੂੰ ਸਮਾਂ ਮਿਲਿਆ ਹੋਇਆ ਹੈ। ਆਪਾਂ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰੂ ਸਾਹਿਬ ਬੋਲਦੇ ਆ। ਹੁਣ ਮੈਂ ਵਿਚਾਰ ਕਰ ਰਿਹਾ ਸੀ ਵੀ ਸਤਿਗੁਰਾਂ ਨੇ ਵਚਨ ਕੀਤਾ, ਪ੍ਰਕਾਸ਼ ਕੀਤੇ ਗੁਰੂ ਸਾਹਿਬ ਪਹਿਲੇ ਦਿਨ ਹਰਿਮੰਦਰ ਸਾਹਿਬ ਵਿੱਚ। ਪਰਸੋਂ ਦਾ ਜ਼ਿਕਰ ਹੈ, ਅੱਜ ਤੀਜਾ ਦਿਨ ਹੈ, ਚੌਥਾ। ਇਸ ਕਰਕੇ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਇਸ ਗੁਰੂ ਸਾਹਿਬ ਦੀਆਂ ਸੰਗਤਾਂ ਦੇ ਨਾਲ ਗੱਲਾਂ ਕਰਵਾਓ। ਇਹ ਪਹਿਲੀ ਵੇਰ ਵਚਨ ਹੋਇਆ, ਪਹਿਲੀ ਵੇਰ। ਕਿਸੇ ਦੇਵੀ ਦੇਵਤੇ ਨੇ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਤਿਆਰ ਕੀਤੀਆਂ ਨਾ, ਇਹ ਸਾਸ ਬਿਆਸ ਜੀ ਨੇ ਤਿਆਰ ਕੀਤੀਆਂ, ਵੇਦ ਬਿਆਸ ਨੇ ਤਿਆਰ ਕੀਤੀਆਂ। ਤੇ ਇਸ ਕਰਕੇ ਸਾਧ ਸੰਗਤ ਉਦੋਂ ਬਾਅਦ ਬੜੇ ਰਿਸ਼ੀ ਮੁਨੀ ਦੇਵੀ ਦੇਵਤੇ ਆਏ। ਕਿਸੇ ਨੇ ਮੂਰਤੀ ਨੂੰ ਕਿਹਾ ਨਹੀਂ ਵੀ ਸੰਗਤ ਆਈ ਹੈ ਤੇ ਇਹਨਾਂ ਨੂੰ ਸਿੱਖਿਆ ਦਿਓ, ਇਹ ਗੱਲਾਂ ਕਰਨ ਤੁਹਾਡੇ ਨਾਲ। ਪਹਿਲੀ ਵੇਰ ਘੋਰ ਕਲਯੁਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ, ਰਹਿੰਦੀ ਦੁਨੀਆ ਤਾਈਂ ਨਿਉ ਰੱਖਣ ਵਾਸਤੇ, ਰਹਿੰਦੀ ਦੁਨੀਆ ਤਾਈਂ 450 ਸਾਲ ਹੋ ਗਿਆ ਗੁਰੂ ਸਾਹਿਬ ਪ੍ਰਕਾਸ਼ ਹੋਇਆ ਨੂੰ, ਤੇ ਤੁਸੀਂ ਤੇ ਆਪਾਂ ਸਾਰੇ ਵਧਾਈ ਦੇ ਪਾਤਰ ਹਾਂ ਜੋ ਇੰਨਾ ਸਮਾਂ ਚੰਗਾ ਮਿਲਿਆ ਆਪਾਂ ਨੂੰ। ਗੁਰੂ ਸਾਹਿਬ ਦਾ ਦਿਨ ਹੈ ਇਹ। ਆਪਾਂ ਕਰਮਾਂ ਵਾਲੇ ਆ, ਕੋਈ ਇਹ ਮੇਲਾ ਨਹੀਂ, ਕੋਈ ਇੱਥੇ ਚੌਦੇ ਦੀ ਪੂਜਾ ਨਹੀਂ, ਪ੍ਰੇਤ ਦੀ ਪੂਜਾ ਨਹੀਂ, ਕੋਈ ਮੜੀ ਮਸਾਣੀ ਨਹੀਂ। ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ। ਪ੍ਰਗਟ ਗੁਰਾਂ ਕੀ ਦੇ ਗੁਰੂ ਨਾਨਕ ਹੈ। ਅੱਜ ਦੇ ਬਖਸ਼ੇ ਹੋਏ ਕੋਈ ਧੱਕਣ ਵਾਲਾ ਜੰਮਿਆ ਨਹੀਂ ਆਪਾਂ ਨੂੰ, ਤੇ ਇੱਥੋਂ ਦਾ ਲੱਗਿਆ ਹੋਇਆ ਧੱਕਾ ਤੇ ਬਖਸ਼ਣਾ ਵੀ ਨਹੀਂ ਕਿਸੇ ਨੇ। ਜੇਵੜ ਆਪ ਤੇਵੜ ਤੇਰੀ ਦਾਤ। ਇਹ ਬੜਾ ਵੱਡਾ ਦਰਬਾਰ, ਜਿੱਡਾ ਦਰਬਾਰ ਵੱਡਾ ਹੋਊ ਨਾ ਓਡੀ ਦਾਤ ਵੀ ਵੱਡੀ ਮਿਲੂਗੀ। ਜਿੱਡਾ ਮਹਾਂਪੁਰਖ ਪ੍ਰਤਾਪੀ ਹੋਊ ਓਨੀ ਦਾਤ ਵੀ ਪ੍ਰਤਾਪ ਵਾਲੀ ਮਿਲੇਗੀ ਆਪਾਂ ਨੂੰ, ਪ੍ਰਤਾਪ ਵਾਲੀ ਮਿਲੇਗੀ। ਜੇ ਪੁੱਤਰ ਵੀ ਮਿਲ ਗਿਆ ਉਹ ਵੀ ਪ੍ਰਤਾਪ ਵਾਲਾ ਮਿਲੇਗਾ। ਤੇ ਮਾਈ ਆਈ, ਬੇਨਤੀ ਕੀਤੀ, ਬਾਬਾ ਜੀ ਇਹ ਬੱਚਾ ਤੁਹਾਨੂੰ ਦੇਣਾ। ਮੈਂ ਕਿਉਂ? ਕਹਿੰਦੀ ਬਾਬਾ ਜੀ ਬਹੁਤ ਦੁੱਖ ਦਿੰਦਾ, ਦੁੱਖ ਦਿੰਦਾ। ਮਾਂ ਕੀ ਕਹਿੰਦਾ? ਕਹਿੰਦੀ 6 ਰੋਟੀਆਂ ਖਾ ਲੈਂਦਾ, ਸੁਬਾਹ 6, ਦੁਪਹਿਰੇ 6, ਸ਼ਾਮ ਨੂੰ, ਤੇ ਮੂੰਹ 'ਚ ਉਂਗਲਾਂ ਪਾ ਲੈਂਦਾ, ਆਪਦੇ ਜਵਾੜੇ ਖਿੱਚ ਕੇ ਨਾ ਮੰਜੇ ਥੱਲੇ ਵੜ ਜਾਂਦਾ, ਤੇ ਬੱਕਰੇ ਬਣਾਉਂਦਾ, ਬੱਕਰੇ, ਤੇ ਮੈਨੂੰ ਦੰਦੀਆਂ ਚੜਾਉਂਦਾ। ਮੈਂ ਬਹੁਤ ਦੁਖੀ, ਮੈਂ ਬਹੁਤ ਕੁੱਟਿਆ। ਮਾਈ ਸੰਗਤ ਨਹੀਂ ਕੀਤੀ। ਕਹਿੰਦੀ ਸੰਗਤ ਕੀਤੀ ਸੀ ਮਲੇਰਕੋਟਲੇ, 2 ਸਾਲ ਜਾਂਦੀ ਰਹੀ ਹੈ। 2 ਵਾਰੀ ਬੋਖ ਵੀ ਚਾੜਿਆ ਉੱਥੇ ਬੱਕਰਾ, ਤੇ ਉੱਥੋਂ ਇਹ ਦਾਤ ਮਿਲੀ ਹੈ। ਤੇ ਮੈਂ ਚਿਰਾਗ ਵੀ ਕਰਦੀ ਹਾਂ। ਮੈਂ ਚਿਰਾਗ ਘਿਓ ਦਾ ਕਰਦੀ। ਕਹਿੰਦੀ ਨਹੀਂ, ਮੈਂ ਸਰੋਂ ਦੇ ਤੇਲ ਦਾ। ਕਹਿੰਦੀ ਕਿੱਥੇ? ਕਹਿੰਦੀ ਘਰੇ ਤਾਂ ਰੋਟੀ ਨਹੀਂ ਮਿਲਦੀ, ਮੈਂ ਤਾਂ ਮਿੱਟੀ ਦੇ ਤੇਲ ਦਾ ਦੀਵਾ ਕਰਦੀ ਹਾਂ। ਮਿੱਟੀ ਦੇ ਤੇਲ ਦਾ ਦੀਵਾ ਕਰਦੀ ਹੈ, ਮੀਏ ਦਾ, ਮਲੇਰਕੋਟਲੇ ਵਾਲੇ ਦਾ। ਜਾ ਵੱਡੇ ਨੇ ਮੇਰੇ ਮੂਹਰੇ ਇੱਥੇ ਬੋਕ ਮਾਰਿਆ ਹੈ, ਬੱਕਰਾ ਹੈ। ਮਾਈ ਕਹੀ ਜਾਵੇ ਬੱਕਰੇ ਨੂੰ ਸਾਂਭੋ ਇੱਥੇ। ਹਾਂ, ਕਹਿੰਦੀ ਕੁੱਟ ਕੇ ਲਿਆਈਆਂ ਬੱਕਰੇ ਨੂੰ। ਵੇਖੋ, ਜਿਹੋ ਜਿਹਾ ਗੁਰੂ ਉਹੋ ਜੀ ਦਾਤ। ਉੱਥੇ ਧੂਰੀ ਦੀਵਾਨ ਸੀ ਤੇ ਮਲੇਰਕੋਟਲੇ ਵੀ ਜਾਣਾ ਸੀ। ਉਹਨਾਂ ਦੀਆਂ ਉੱਥੇ ਚੌਂਕੀਆਂ ਹੀ ਸੀ ਤੇ ਫਾਟਕ ਲੱਗੇ ਹੋਏ ਸੀ। ਸਾਡੇ ਮੂਹਰੇ ਇੱਕ ਘੜੋਕਾ ਜਿਹਾ ਖੜਾ ਗੱਡੀ, ਤੇ ਉਹਦੇ 2 ਛੱਤਾਂ ਸੀ। ਥੱਲੇ ਤੱਕ ਸੰਗਤ ਬੈਠੀ ਤੇ ਉੱਤੇ ਬੱਕਰੇ ਬੈਠੇ, ਪਠੋਰੇ ਉੱਤੋਂ ਮੂਤ ਕਰਨ, ਪਿਸ਼ਾਬ।
ਇੱਕ ਦੀਆਂ ਲੱਤਾਂ ਪਿੱਛੇ ਨੂੰ ਕੀਤੀਆਂ ਵੀ ਅਸੀਂ, ਤੇ ਉਹ ਬਿੰਦੇ ਬਿੰਦੇ ਪਿਚਕਾਰੀ ਮਾਰੇ ਮੂੰਹ ਚੋਂ, ਜਿਵੇਂ ਬੱਕਰੇ ਨੂੰ ਮੋਕ ਲੱਗੀ ਹੁੰਦੀ ਹੈ, ਮੂੰਹ ਚੋਂ ਪਾਨ। ਇੱਕ ਉਤਰਿਆ, ਮੈਂ ਖੁਰ ਜਾਓ, ਮਾਂ ਮੂਰਖੋ, ਬੱਕਰਿਆਂ ਨੂੰ ਥੱਲੇ ਕਰੋ, ਤੁਸੀਂ ਤਾਂ ਹੋਵੋ, ਤਾਂ ਹੋ, ਬੱਕਰੇ ਤੁਹਾਡੇ ਸਿਰ 'ਚ ਮੂਤਦੇ ਆ, ਪਿਸ਼ਾਬ ਕਰਦੇ ਆ ਸਿੱਧਾ ਤੁਹਾਡੀ ਬੋਦੀ 'ਚ। ਉਹ ਹੱਥ ਜੋੜ ਕੇ ਨਾ ਨਾ ਜੀ, ਇਹ ਤਾਂ ਮੀਏ ਦੀ ਦੇਗ ਆ ਜੀ, ਇਹ ਤਾਂ ਮੀਏ ਦੀ ਦੇਗ ਆ। ਮੈਂ ਦੇਗ 'ਚੋਂ ਕਦੇ ਮੂਤ ਆਉਂਦਾ ਵੇਖਿਆ? ਵੇਖੋ ਕਿ ਅਰਦਾਸ ਕਰਿਓ ਵੀ ਜੇ ਮਿਲੇ ਤਾਂ ਗੁਰੂ ਨਾਨਕ ਤੇਰਾ ਦਾਰੀ ਮਿਲੇ, ਨਹੀਂ ਹੋਰ ਕੋਈ ਮਿਲੇ ਹੀ ਨਾ। ਮੈਂ ਜਨਮ ਹੀ ਨਾ ਲਵਾਂ, ਰਹਿਣ ਦੇ ਇਹੋ ਜਿਹੇ ਜਨਮ ਤੋਂ ਕੀ ਲੈਣਾ, ਵੀ ਦੇਗ ਚੋਂ ਕਦੇ ਮੂਤ ਆਉਂਦਾ ਵੇਖਿਆ? ਇਸ ਕਰਕੇ ਸਾਧ ਸੰਗਤ, ਗੁਰੂ ਵੀ ਮਾੜਾ ਤੇ ਚੇਲੇ ਵੀ ਮਾੜੇ ਤੇ ਦਾਤ ਉਦੋਂ ਵੀ ਮਾੜੀ। ਇਸ ਕਰਕੇ ਸਤਿਗੁਰ ਪੂਰਾ ਸੇਵੀ ਹੈ, ਦੁੱਖਾਂ ਕਾ ਹੋਵੇ ਨਾਸ, ਨਾਨਕ ਨਾਮ ਤੇ ਆਈਐ, ਕਾਰਜ ਆਵੇ ਰਾਸਦਾਸ। ਨੇ ਕੋਈ ਬਚਨ ਨਹੀਂ ਸੀ ਕਰਨੇ, ਤੇ ਉਹ ਪਹਿਲਾ ਦਿਨ ਵਚਨਾਂ ਦਾ ਬੇਰਾਮੀ ਬਾਹਲੀ ਹੈ। ਨਾਨਕੇ ਕਰਕੇ, ਛੀਨੀ ਵਾਲ ਕਰਕੇ, ਤੇ ਸਾਸ ਥੋੜੇ ਜਿਹਾ ਵਚਨ ਕਰਨੇ ਆ ਤੇ ਵਧਾਈ ਦੇਣੀ ਹੈ ਤੁਹਾਨੂੰ। ਤੁਸੀਂ ਵਧਾਈ ਦੇ ਪਾਤਰ ਹੈ ਵੀ ਸੋਹਣਾ ਠਾੜ ਬਾਬਾ ਜੀ ਦੀ। ਇਹ ਕਿਰਪਾ ਕੀਦੀ ਹੈ ਬਾਬਾ ਆਨੰਦ ਸਿੰਘ ਦੀ, ਗੁਰੂ ਨਾਨਕ ਦੀ ਮਿਹਰ ਹੈ, ਬਾਬਾ ਈਸ਼ਰ ਸਿੰਘ ਦੀ ਮਿਹਰ ਹੈ। ਕਿਹਦੀ ਮਿਹਰ ਹੈ? ਮਾਤਾ ਜੀ ਦੀ ਕਿਰਪਾ ਹੋਈ। ਮਾਤਾ ਜੀ ਇੱਥੇ ਬਾਬਾ ਜੀ ਕਿ ਮਾਤਾ ਜੀ ਦੇ ਜਿਹੜੇ ਪਿਤਾ ਜੀ ਸੀ ਨਾ, ਬਾਬਾ ਨਿੱਕਾ ਸਿੰਘ ਜੀ, ਉਹ ਰੱਬ ਦਾ ਰੂਪ ਹੀ ਸੀਗੇ। ਉਹਨਾਂ ਦੀ ਔਲਾਦ ਹੈ ਸਾਰੀ, ਬੜੇ ਚੰਗੇ ਸੀ ਉਹ। ਤੇ ਸਾਧ ਸੰਗਤ ਵੇਖੋ, ਉਹਨਾਂ ਨੇ ਛੀਨੀਆਲ ਤੋਂ ਬੱਧਣੀ ਜਾ ਕੇ ਪਿਤਾ ਜੀ ਨੂੰ ਰਿਸ਼ਤਾ ਕੀਤਾ ਰਿਸ਼ਤਾ। ਮਗਰੋਂ ਲੋਕ ਵੀ ਆਣ ਕੇ ਕਹਿੰਦੇ ਰਹੇ ਵੀ ਉਹ ਤਾਂ ਨਾਨਕਸਰ ਹੀ ਜਾਂਦੇ ਆ। ਉਹ ਸਗਾ ਕਹਿੰਦਾ ਰਿਹਾ ਬਹੁਤ ਚੰਗੀ ਗੱਲ ਆ ਵੀ ਠੇਕੇ ਤਾਂ ਨਹੀਂ ਜਾਂਦੇ, ਸਾਡੀ ਕੁੜੀ ਵੀ ਤਰ ਜੂਗੀ, ਇਉਂ ਆਖਿਆ। ਤੇ ਪਹਿਲਾਂ ਤਾਂ ਉਹਦੀ ਕਮਾਈ ਸੀਗੀ। ਬਾਬਾ ਜੀ ਦੇ ਮਾਤਾ ਜੀ ਦੇ ਪਿਤਾ ਜੀ ਜਿਹੜੇ ਸੀ ਨਾ, ਉਹ ਮਾਤਾ ਜੀ ਨੂੰ ਚੱਕ ਕੇ ਤੇ 1920 ਦੇ ਵਿੱਚ ਭੁੱਚੋ ਲੈ ਕੇ ਗਏ। ਬੇਬੇ ਦੱਸਦੀ ਸੀ ਤੇ ਮਾਤਾ ਜੀ ਕਹਿੰਦੀ ਮੇਰੀ 7 ਸਾਲ ਦੀ ਉਮਰ ਸੀ ਉਦੋਂ। ਮੈਨੂੰ ਮਾੜਾ ਮਾੜਾ ਪਤਾ ਹੈ ਵੀ ਤਖਤ ਕੋਹ ਜਿਹਾ ਸੀਗਾ, ਉੱਥੇ ਬਾਬਾ ਜੀ ਬੈਠੇ ਸੀ, ਉਹਨਾਂ ਦੇ ਕੇਸ ਪਛਾਣ ਨੂੰ ਕਰੇ ਹੋਏ ਸੀ ਤੇ ਖੇਸ ਦੀ ਬੁੱਕਲ ਮਾਰੀ, ਇੰਨਾ ਕੀ ਬਸ ਪਤਾ ਹੈ, ਬਾਲਾ ਕੋਈ ਪਤਾ ਨਹੀਂ ਹੈ। ਵੇਖੋ ਐਡੀ ਜਾਨੀ ਪਿੱਛੇ ਤੋਂ ਤੁਰੀ ਆਉਂਦੀ ਗੱਲ। ਬੇਬੇ ਨੇ ਭੁੱਚੋ ਵਾਲੇ ਬਾਬਿਆਂ ਦੇ ਵੀ ਦਰਸ਼ਨ ਕੀਤੇ, ਜਾਣੀ 7 ਸਾਲ ਦੀ ਉਮਰ 'ਚ। ਕਿਹਦੀ ਮਿਹਰ ਨਾਲ? ਉਹਦੇ ਪਿਤਾ ਜੀ ਮੌਰਾਂ ਤੇ ਉਹ ਆ ਕੇ ਲੈ ਕੇ ਗਏ ਬੇਬੇ ਨੂੰ। ਇਸ ਕਰਕੇ ਤਾਂ ਪਿੱਛੇ ਤੋਂ ਆਉਂਦੀ ਗੱਲ। ਆਪਾਂ ਪਿੱਛੇ ਤੋਂ ਇਕੱਠੇ ਆਏ ਆ, ਨਿੱਕੇ ਨਿੱਕੇ ਬੱਚੇ ਜਿਹੜੇ ਪਿੱਛੇ ਤੋਂ ਇਕੱਠੇ ਆ, ਹੁਣ ਵੀ ਇਕੱਠੇ ਆ। ਬਾਬਾ ਜੀ ਦੀ ਮਿਹਰ ਵਰਤਦੀ ਹੈ। ਇਸ ਕਰਕੇ ਸੱਸ ਬਾਬਾ ਜੀ ਨੇ ਕਿਰਪਾ ਕੀਤੀ ਹੈ, ਆਪਾਂ ਨੂੰ ਸਮਾਂ ਮਿਲਿਆ। ਗੁਰੂ ਸਾਹਿਬ ਨੇ ਬਚਨ ਕੀਤਾ। ਗੁਰੂ ਸਾਹਿਬ ਕਹਿਣ ਲੱਗੇ ਬਾਬਾ ਬੁੱਢਾ ਜੀ ਐਂ ਕਰੋ, ਸੰਗਤ ਸਾਰੀ ਪਰਿਕਰਮਾ ਤੇ ਬੈਠੀ ਹੈ, ਸੰਗਤ ਦਰਬਾਰ ਵਿੱਚ ਬੈਠੀ ਹੈ, ਦਰਬਾਰ ਵਿੱਚ ਤੇ ਪਹਿਲੇ ਦਿਨ ਗੁਰੂ ਸਾਹਿਬ ਪ੍ਰਕਾਸ਼ ਹੋਇਆ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਏ ਹੈ। ਬਾਬਾ ਬੁੱਢਾ ਜੀ ਤਾਬਿਆ ਬੈਠੋ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾਇਆ ਗਿਆ। ਤਾਬਿਆ ਜਦੋਂ ਬਿਠਾਇਆ ਗਿਆ, ਬਾਬਾ ਬੁੱਢਾ ਜੀ ਨੂੰ ਆਖਿਆ ਗੁਰੂ ਸਾਹਿਬ ਦੀਆਂ ਸੰਗਤਾਂ ਨਾਲ ਗੱਲਾਂ ਕਰਾਓ। ਪਹਿਲਾਂ ਨਹੀਂ ਕਿਸੇ ਨੇ ਗ੍ਰੰਥ ਪ੍ਰਕਾਸ਼ ਕੀਤਾ, ਲਵਾਰੀਆਂ 'ਚ ਪਏ, ਹੁਣ ਵੀ ਪਏ ਆ ਜੀ। ਪਹਿਲਾਂ ਨਹੀਂ ਇਹ ਗੱਲ ਕਹੀ ਵੀ ਐ ਸੰਗਤ ਸਜ ਗਈ ਹੈ ਸਾਰੀ ਤੇ ਪੋਥੀ ਸਾਹਿਬ ਪ੍ਰਕਾਸ਼ ਹੋ ਗਏ ਐ, ਉਹਦੇ ਤਾਬਿਆ ਵਹਿ ਗਿਆ ਕੋਈ, ਉਹਨੇ ਹੁਕਮਨਾਮਾ ਸੁਣਾਇਆ ਹੋਵੇ। ਇਹ ਗੁਰੂ ਅਰਜਨ ਸਾਹਿਬ ਦੀ ਨਿਉ ਰੱਖੀ ਹੋਈ ਹੈ। ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ।
ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਵਚਨ ਕੀਤਾ ਤੇ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲੈਣ ਵਾਸਤੇ ਪਹਿਲਾਂ ਮੂਲ ਮੰਤਰ ਦਾ ਪਾਠ ਕੀਤਾ, ਫਿਰ ਆਖਿਆ ਸ੍ਰੀ ਵਾਹਿਗੁਰੂ ਜੀ, ਫਿਰ ਹੁਕਮਨਾਮਾ ਸ਼ੁਰੂ ਕੀਤਾ। ਪਹਿਲਾ ਹੁਕਮਨਾਮਾ ਹੈ, ਪਹਿਲੀ ਵੇਰ ਕਲਯੁਗ ਦੇ ਵਿੱਚ ਇਹ ਹੁਕਮਨਾਮਾ ਲਿਆ ਗਿਆ, ਪਹਿਲੀ ਵੇਰ, ਜਿਹਨੂੰ ਹੁਣ 450 ਸਾਲ ਹੋ ਗਿਆ। ਆਪਾਂ ਕਰਮਾਂ ਵਾਲੇ ਆ, ਉਦੋਂ ਦਾ ਹੁਕਮਨਾਮਾ ਹੁਣ ਸੁਣਨ ਲੱਗੇ ਆ। ਸੰਤਾਂ ਕੇ ਕਾਰਜ ਆਪ ਖਲੋਇਆ, ਇਉਂ ਹੁਕਮਨਾਮੇ ਦੀ ਆਵਾਜ਼ ਆਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਇਉਂ ਆਖਿਆ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਿਓ ਜਗ ਅੰਤਰ, ਲਾਥੇ ਸਗਲ ਵਸੂਰੇ, ਪੂਰਨ ਪੁਰਖ ਚਿੱਤ ਅਵਨਾਸੀ, ਪੂਰਨ ਪੁਰਖ ਚਿੱਤ ਅਵਨਾਸੀ, ਜਸ ਵੇਦ ਪੁਰਾਨੀ ਗਾਇਆ, ਆਪਣਾ ਬਿਰਧ ਰਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਤੇ ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਸਮਝਾਇਆ, ਸਾਧ ਸੰਗਤ ਅੱਜ ਪਹਿਲੇ ਦਿਨ ਪੋਥੀ ਸਾਹਿਬ ਬੋਲੇ ਹੈ, ਗੁਰੂ ਗ੍ਰੰਥ ਸਾਹਿਬ ਬੋਲੇ ਹੈ, ਇਉਂ ਆਖਿਆ। ਤੇ ਕੀ ਬੋਲੇ ਹੈ? ਕਹਿੰਦੇ ਕੋਈ ਸੰਤ ਹੋਵੇ, ਮਹਾਂਪੁਰਖ ਕਮਾਈ ਵਾਲਾ ਹੋਵੇ। ਸੰਤ ਕਿਹਨੂੰ ਆਖਿਆ? ਜਿੰਨਾ ਸਾਸ ਗਰਾਸ ਨਾ ਬਿਸਰੈ, ਸਾਹ ਆਇਆ ਤੇ ਗਿਆ ਨਾ ਬਿਸਰੈ, ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੁਸੇਈ ਨਾਨਕਾ, ਪੂਰਨ ਸੋਈ ਸੰਤ। ਉਹਨਾਂ ਨੂੰ ਆਖਿਆ ਪੂਰਨ ਸੰਤ। ਉਹਨਾਂ ਵਰਤਾਏ ਗੁਰੂ ਜੀ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ। ਦਾਹ ਦਾ ਫੁਰਨਾ ਹੋਇਆ ਤੋਂ ਬੇਗਮ ਗਏ, ਕਹਿੰਦੇ ਸੰਗਤ ਘੱਟ ਆਉਂਦੀ ਹੈ ਸ਼ਾਮ ਦੀ। ਜਦੋਂ ਇਹਨਾਂ ਨੇ ਕਿਹਾ ਘੱਟ ਆਉਂਦੀ ਆ, ਦਾਹ ਦਾ ਉਦੋਂ ਫੁਰਨਾ, ਬਾਬਾ ਜੀ ਮਿਹਰ ਹੀ ਆ ਇਹ। ਜਦੋਂ ਉੱਥੋਂ ਤੁਰੇ ਨਾ ਦਰਗਾਹ ਚੋਂ, ਉਦੋਂ ਇਹ ਗੱਲ ਕਹੇ ਸੱਚੇ ਪਾਤਸ਼ਾਹ ਤੂੰ ਨਾਲ ਚੱਲ, ਮੈਂ ਤਾਂ ਚੱਲੂ, ਉੱਥੇ ਮੇਰਾ ਕੁਛ ਨਹੀਂ ਵੱਟਿਆ ਜਾਣਾ। ਗੁਰੂ ਤੋਂ ਬਿਨਾਂ ਤਾਂ ਸੰਤ ਨੂੰ ਕੱਚੇ ਨੂੰ ਖਾ ਜਾਣ। ਤੜਕਾ ਲਾਉਣ ਦੀ ਲੋੜ ਨਹੀਂ, ਨਾ ਇਹਨੂੰ ਤੱਤਾ ਕਰਨ ਦੀ ਲੋੜ ਹੈ, ਨਾ ਇਹਨੂੰ ਚੀਰਨ ਦੀ ਲੋੜ ਹੈ। ਗੁਰੂ ਦੀ ਸ਼ਕਤੀ ਤੋਂ ਬਿਨਾਂ, ਭਗਤੀ ਤੋਂ ਬਿਨਾਂ ਤਾਂ ਕਰਨ ਦੀ ਵੀ ਲੋੜ ਨਹੀਂ। ਉਹ ਦੰਦੀਆਂ ਨਹੀਂ ਖਾ ਜਾਣ ਮਾੜੇ ਮੋਟੇ ਸੰਤ ਨੂੰ। ਇਹ ਦੁਨੀਆ ਐਸੀ ਹੈ, ਇਹ ਤਾਂ ਪੂਰਾ ਹੀ ਸਾਧ ਸੰਗਤ ਦਾ ਪੂਰੀ ਕਿਰਪਾ ਨਾਲ ਬਚ ਸਕਦਾ ਤੇ ਸੰਗਤਾਂ ਨੂੰ ਬਚਾ ਸਕਦਾ। ਆਹ ਕਰੋਨੇ ਦੀ ਬਿਮਾਰੀ ਸੀ, ਸੰਤ ਸਾਰੇ ਟੀਕੇ ਕਰਾਈ ਜਾਂਦੇ ਸੀ, ਤੇ ਸਾਧ ਸੰਗਤ ਬਾਬਾ ਦੀ ਮਿਹਰ ਹੀ ਸੀ ਸਰ। ਤੇ ਅਸੀਂ ਰੋਜ਼ ਬਚਨਾਂ 'ਚ ਬੋਲਦੇ ਸੀ, ਮਾ ਟੀਕੇ ਦੀ ਕੀ ਲੋੜ ਹੈ? ਸਾਰੇ ਧਰਮ ਸਥਾਨਾਂ ਤੇ ਮੂੰਹ ਬੰਨੀ ਫਿਰਨ, ਆਪਣੇ ਇੱਕ ਧਰਮ ਸਥਾਨ ਤੇ ਕਿਸੇ ਵਿਅੰਗ ਨੇ ਮੂੰਹ ਨਹੀਂ ਬੰਨਿਆ। ਕਿਸੇ ਸੰਗੀ ਨੇ, ਕਿਸੇ ਲੁਧਿਆਣੇ ਦੀ ਸੰਗਤ, ਹੋਰ ਸੰਗਤਾਂ ਆਉਂਦੀਆਂ ਸੀ ਵੀ ਇੱਥੋਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਉੱਡ ਕੇ ਨਾਸਾਂ ਦੇ ਵਿੱਚ ਸੰਗਤ ਆਈ, ਮੱਥਾ ਟੇਕਣ ਲੱਗੀ ਨੂੰ ਕਰੋਨਾ ਵੜ ਜੂ ਨਾਸਾਂ ਵੀ ਦੀ। ਇਹ ਗੱਲ ਹੋ ਸਕਦੀ ਹੈ? ਇਹ ਗੱਲ ਮੰਨਣ ਵਿੱਚ ਹੈ? ਮੈਂ ਮਾਣ ਕਰਕੇ ਕਹਿੰਦਾ ਵੀ ਥੱਕਿਆ ਟੁੱਟਿਆ ਸਰੀਰ ਹੋਵੇ ਤੇ ਸਾਰੀ ਦਿਹਾੜੀ ਕੰਮ ਕਰਦਾ ਹੋਵੇ
ਤੇ ਲਿਵ ਲੱਗੀ ਹੋਵੇ ਤੇ ਫੁਰਨਾ ਬਣਾਵੇ ਵੀ ਛੀਨੀ ਵਾਲ ਦੀਵਾਨ ਹੈ, ਵੀ ਜਾਣਾ ਸੀ ਵੀ ਸਰੀਰ ਥੱਕਿਆ ਪਿਆ, ਮਾੜਾ ਜਿਹਾ ਉਦਮ ਹੋਵੇ ਵੀ ਚੱਲ ਵੇਖੀ ਜਾਊ, ਇਸ਼ਨਾਨ ਕਰਕੇ ਚੱਲਦੇ ਆ। ਮੋਟਰਸਾਈਕਲ ਤੇ, ਗੱਡੀ ਤੇ, ਟੈਂਪੂ ਤੇ ਬਹਿ ਜਾਵੇ ਸਹੀ, ਜਿਉਂ-ਜਿਉਂ ਇੱਧਰ ਨੂੰ ਆਊਗਾ ਗੇਂਦੇ ਦੇ ਫੁੱਲ ਵਰਗਾ ਸਰੀਰ ਹੁੰਦਾ ਜਾਊਗਾ। ਭਰਿਆ ਦੀਵਾਨ ਹੈ, ਇੱਥੇ ਮੈਨੂੰ ਲਾਂਭਾ ਦਿਓ ਵੀ ਮੈਂ ਉਵੇਂ ਹੀ ਜਾ ਰਿਹਾ। ਨਹੀਂ ਨਹੀਂ, ਇਹ ਕਿੱਥੇ ਲਿਖਿਆ ਵਾ ਹੈਗਾ ਵੀ ਉਵੇਂ ਹੀ ਜਾਊਗਾ। ਇੱਥੇ ਅਸੀਂ ਟਿੱਬੇ ਸੀਗੇ ਤੇ ਉੱਤੋਂ ਦੇ ਸੰਗਤ ਕਹਿੰਦੇ ਸੰਗਤ ਥੋੜ੍ਹੀ ਜਿਹੀ ਹੈ। ਮੈਂ ਕੋਈ ਨਹੀਂ ਆ ਜੂਗੀ ਸੰਗਤ, ਮੈਂ ਉੱਤੋਂ ਬੱਦਣੀਓ ਜਿਹੜੀਆਂ ਮਿਸਤਰੀ ਆ ਸਾਰੇ ਤੇ ਭਰ ਲਿਆਓ ਟੈਂਪੂ, ਨਾਲੇ ਦਰਸ਼ਨ ਕਰ ਲੈਣਗੇ, ਨਾਲੇ ਦਿਨੇ ਸੇਵਾ ਕੀਤੀ, ਨਾਲੇ ਲਾਹਾ ਲੈ ਲੈਣਗੇ, ਪਿਛਲੇ ਜਨਮਾਂ ਦੇ ਵੀ ਪਾਪ ਧੋਤੇ ਜਾਣਗੇ। ਥੱਕਿਆ ਟੁੱਟਿਆ ਸਰੀਰ ਹੈ, ਇੱਥੇ ਬੈਠੇ ਆ ਤੇ ਜੇ ਗੇਂਦੇ ਦੇ ਫੁੱਲ ਵਰਗਾ ਇੱਥੇ ਦਰਬਾਰ ਵਿੱਚ ਪਾਪ ਹੀ ਨਾ ਝੜੇ ਤਾਂ ਫਿਰ ਝੜੋ ਵੀ ਕੀ, ਝੜੋ ਵੀ ਕੀ। ਕਿਸੇ ਭੂਤ ਪ੍ਰੇਤ ਆ ਗਿਆ ਤੇ ਬਾਬਾ ਜੀ ਕੋਲ ਮੱਥਾ ਟੇਕਿਆ, ਬਾਬਾ ਜੀ ਨੇ ਮਾੜਾ ਜਿਹਾ ਸਫਾ ਜੰਗ ਮਾਰਿਆ। ਉਹ ਕਹਿੰਦਾ ਜੀ ਮੈਂ ਹੁਣ ਨਹੀਂ ਆਉਂਦਾ, ਹੁਣ ਮੇਰਾ ਕਲਿਆਣ ਹੋ ਜਾਊਗਾ, ਤੁਸੀਂ ਮੇਰੇ ਸਫਾ ਜੰਗ ਜੜਿਓ। ਬਾਬਿਆਂ ਤੋਂ ਬਾਅਦ ਇੱਕ ਜੇ ਭੂਤ ਆ ਗਿਆ, ਭੂਤ ਆ ਗਿਆ, ਉਹ ਬਾਬਾ ਜੀ ਦੀ ਨਕਲ ਕਰਦੇ ਹੋਏ ਨੇ ਉਹਨੇ 3-4 ਸਫਾ ਜੰਗ ਮਾਰੇ। ਉਹ ਕਹਿੰਦਾ ਬਸ ਕਰੋ ਜੀ, ਉਹ ਤਾਂ ਚੀਜ਼ ਚਲੀ ਗਈ। ਕੋਲੇ ਖੜਾ ਗੜਵਈ ਕਹਿਣ ਲੱਗਾ ਕੋਈ ਨਹੀਂ ਹੋਰ ਮਾਰ ਲੈਣ ਦੇ, ਹੋਰ ਤੇਰੇ ਪਾਪ ਝੜਦੇ। ਉਹ ਕਹਿੰਦਾ ਪਾਪ ਦਾ ਤਾਂ ਕੋਈ ਗੱਲ ਨਹੀਂ, ਉਹ ਤਾਂ ਬਾਬਾ ਈਸ਼ਸ ਵੀ ਪਾਪ ਝਾੜ ਸਕਦੇ ਸੀ। ਕਹਿੰਦਾ ਹੁਣ ਨਹੀਂ ਕੋਈ ਝਾੜ ਸਕਦਾ, ਹੁਣ ਤਾਂ ਕਹਿੰਦਾ ਸਰੀਰ ਹੀ ਝਾੜ ਦੇਣਗੇ ਮੇਰਾ। ਪਾਪ ਦਾ ਕਹਿੰਦਾ ਬਾਬਾ ਈਸ਼ਸ ਹੀ ਝਾੜਦੇ ਸੀ, ਕਹਿੰਦਾ ਹੋਰ ਨਾ ਕੂਣੀ ਕਾਣੀ ਤੋੜ ਦੇਣ। ਇਸ ਕਰਕੇ ਪਾਪ ਝਾੜਨ ਵਾਲੇ ਵਿਰਲੇ ਵਿਰਲੇ ਮਹਾਂਪੁਰਖ ਹੁੰਦੇ ਆ, ਉਹਨਾਂ ਨੂੰ ਦਰਗਾਹ 'ਚ ਭੇਜਣ ਦਾ ਮੈਂ ਡਰਦਾ ਰਹਿੰਦਾ ਵੀ ਜੇ ਫੇਰ ਭੇਜਿਆ ਨਾ ਗੁਰੂ ਨਾਨਕ ਤੇ ਵੀ ਕਿਤੇ ਨਾ ਹੋਵੇ ਵੀ ਕੱਚਾ ਪੇਲਾ ਭੇਜ ਦੇਵੇ। ਜੇ ਭੇਜਣਾ ਤਾਂ ਫਿਰ ਇਸੇ ਤਰ੍ਹਾਂ ਹੀ ਮਿਹਰ ਹੋਵੇ ਬਾਬਿਆਂ ਦੀ। ਇਸ ਕਰਕੇ ਬੰਦਾ ਯਾਦ ਕਰੇ ਸਹੀ, ਕਨੇਡਾ ਅਮਰੀਕਾ ਇੱਥੇ ਸੰਗਤਾਂ ਬੈਠੀਆਂ, ਕੋਈ ਕਰੋ ਵਚਨ ਬਈ ਫਲਾਣਾ ਬੰਦਾ ਢਿੱਲਾ, ਕੋਈ ਕਹੋ ਵੀ ਬਾਬਾ ਜੀ ਆਹ ਬੰਦਾ ਸਾਡਾ ਦਰਦ ਹੁੰਦਾ, ਰੜਕ ਪੈਂਦੀ ਆ ਅੱਖਾਂ 'ਚ, ਜਾਂ ਬਾਬਾ ਜੀ ਆਹ ਨੁਕਸ ਹੈ, ਬਾਬਿਆਂ ਦੀ ਮਿਹਰ ਵਰਤਦੀ ਆ। ਇੱਥੋਂ ਦਾ ਤੀਰ ਚੱਲਿਆ ਵਾ ਹਜ਼ੂਰ ਪਾਤਸ਼ਾਹ ਦੀ ਮਿਹਰ ਦਾ ਸਦਕਾ। ਉਹ ਨਾਰ ਖਾਂ ਚੜ੍ਹ ਗਿਆ ਉੱਤੇ, ਉੱਤੇ ਕੱਚੀ ਗੜੀ ਦੇ ਉੱਤੇ ਪੌੜੀ ਲਾ ਕੇ, ਉਹਨੇ ਆਖਿਆ ਧੋਤੀ ਫੜ ਲਓ, 2 ਮਿੰਟ ਦੀ ਗੱਲ ਹੈ, 5-7 ਬੰਦੇ ਆ। ਜੋ ਨਾਰ ਖਾਂ ਉੱਤੇ ਪੌੜੀ ਤੇ ਚੜ੍ਹਿਆ, ਉਹਨੇ ਆਖਿਆ ਉੱਤੇ ਬੁੜੀ ਬੈਠੀ ਹੋਊ, ਚੂੜੀਆਂ ਪਾਈਆਂ ਹੋਣੀਆਂ। ਕਲਗੀਆਂ ਵਾਲੇ ਪ੍ਰੀਤਮ ਤੁਹਾਡੇ ਪਿਤਾ ਜੀ ਮੇਰੇ ਅਲਡ ਵਰਲਡ ਜਗਤ ਗੁਰੂ ਪਿਤਾ। ਜਦੋਂ ਉਹ ਨਾਰ ਖਾਂ ਨੇ ਸਰਵਾਰ ਕੱਢਿਆ, ਹਜ਼ੂਰ ਨੇ ਪੁੜਪੜੀ ਜੀ ਤੀਰ ਠੋਕਿਆ, ਖੋਪਰੀ ਆਏ ਗਈ ਜੇ ਮਤੀਰਾ 2 ਥਾਈ ਵੱਢ ਕੇ ਸਿੱਟੀ ਦਾ, ਤੇ ਥੱਲੇ ਉਹ ਤੂੰ ਲੋ ਲਾਹੌਰ ਵਾਲਾ ਆ ਗਿਆ। ਗੁਰੂ ਜੀ ਕਹਿੰਦੇ ਆ ਜਾ, ਤੈਨੂੰ ਵੀ ਇੱਕ ਤੀਰ ਦੀ ਬਖਸ਼ਿਸ਼ ਕਰਦੇ ਹਾਂ। ਇੱਕ ਤੀਰ ਉਹਦੇ ਛੱਡਿਆ, ਉਹਦੀ ਵੀ ਖੋਪਰੀ ਲਾ ਕੇ ਆਓ ਵਾਰੀ, ਆਹ ਮਰਦੂਰ ਖਾ, ਉਹ ਸਾਹ ਚੜ੍ਹਦਾ ਚੜ੍ਹਦਾ ਪੌੜੀ ਦੇ ਟੰਬਿਆਂ ਵਿੱਚ ਦੀ ਬਾਹਰ ਨਿਕਲ ਗਿਆ, ਥੱਲੇ ਜਾਲ ਮਾਰੀ। ਗੁਰੂ ਸਾਹਿਬ ਕੋਟੇ ਹੋ ਕੇ ਕਹਿੰਦੇ ਮੁੜਨਾ, ਇੱਕ ਤੀਰ ਦੀ ਤੈਨੂੰ ਵੀ ਬਖਸ਼ਿਸ਼ ਕਰਦੇ ਹਾਂ। ਉਹ ਤੰਬੂ 'ਚ ਲੁਕ ਗਿਆ। ਗੁਰੂ ਜੀ ਕਹਿੰਦੇ ਆ ਜਾ, ਤੈਨੂੰ ਵੀ ਥਾਂ ਦੇ ਦਿਆਂ। ਇਹ ਐਡਾ ਵੱਡਾ ਦਰਬਾਰ ਹੈ, ਇੱਥੇ ਪੰਥ ਦੇ ਵਾਲੀ ਦੇ ਤੀਰ ਚੱਲਦੇ ਆ, ਕੋਈ ਮਖੌਲ ਜੀ ਗੱਲ ਨਹੀਂ ਹੈ। ਸਤਿਗੁਰੂ ਆਪ ਕਿਰਪਾ ਕਰਦੇ, ਆਪਾਂ ਤਾਂ ਚੌਕੀਦਾਰ ਹਾਂ, ਸੇਵਾਦਾਰ ਹਾਂ। ਇਸ ਕਰਕੇ ਮੈਂ ਉੱਥੇ ਵਿਚਾਰ ਕਰ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣਾ। ਐਵੇਂ ਫੁਰਨਾ ਬਣ ਗਿਆ, ਥੋੜੇ ਦਿਨ ਹੀ ਹੋਏ ਆ ਵੀ ਛੀਨੀ ਹਾਲ ਚੱਲ ਦੁਆ ਲੱਗ ਜਾਣ। ਬਹੁਤ ਸੋਹਣਾ ਸਥਾਨ ਬਣ ਗਿਆ, ਇੰਨਾ ਫੁਰਨਾ ਨਹੀਂ ਸੀ ਇਹ ਬਣ ਜੂਗਾ। ਵਿਚਾਰ ਸੀ ਵੀ ਕਮਾਈ ਹੈ ਮਾਤਾ ਜੀ ਦੀ। ਮਾਤਾ ਜੀ ਇੱਥੇ ਬੈਠੇ, ਮਾਮੇ ਦੇ ਮੁੰਡੇ ਸਾਹਮਣੇ ਬੈਠੇ ਆ, ਹੋਰ ਬੈਠੇ ਆ, ਇਹ ਸਾਡੇ ਨਾਲ ਆ, ਸਾਡੇ ਉਮਰ ਦੇ ਆ, ਸ਼ਾਇਦ ਸਾਤੋਂ ਵੱਡੇ ਹੋਣ ਥੋੜ੍ਹੇ ਬਹੁਤੇ, ਤੇ ਸਾਡਾ ਹੀ ਨਾਂ ਹੈ, ਇਹਨਾਂ ਦਾ ਨਾਂ ਵੀ ਉਹੀ ਹੈ। ਤੇ ਇਸ ਕਰਕੇ ਅਸੀਂ ਆਉਂਦੇ ਰਹੇ ਇਹਨਾਂ ਦੇ ਘਰੇ ਨਾਨਕੀ। ਹੁਣ ਇਹ ਕੋਲੇ ਬੈਠੇ ਆ, ਆਹ ਸਾਰੇ ਬੈਠੇ ਬੇਗਮ,
ਜਿੰਨੇ ਵੀ ਹੈਗੇ ਆ। ਤੇ ਜਦੋਂ ਸਾਨੂੰ ਭੇਜਣਾ ਨਾ ਵੀ ਨਾਨਕੀ ਜਾਇਓ, ਅਸੀਂ ਆਉਣਾ, ਤੇ ਅਸੀਂ ਕੀ ਕਹਿਣਾ ਇਹਨਾਂ ਨੂੰ? ਅਸੀਂ ਇਹਨਾਂ ਨੂੰ ਕਹਿਣਾ ਗੁਰਦੁਆਰੇ ਚੱਲੀਏ। ਇਹਨਾਂ ਨੇ ਕਹਿਣਾ ਲੈ ਛੱਡੋ ਪਰ ਗੁਰਦੁਆਰੇ ਕੀ ਕਰਨਾ, ਗੁਰਦੁਆਰੇ ਕੀ ਕਰਨਾ, ਇੱਥੇ ਠੀਕ ਆ, ਬਸ ਠੀਕ ਆ। ਇਹ ਹੁਣ ਕੋਲੇ ਬੈਠੇ ਅਗਵਾਹ ਹੈ, ਐਡਾ ਦਰਬਾਰ ਹੈ, ਇਹ ਪਿਛਲੀ ਬਾਸ਼ਿਸ਼ ਹੈ, ਪਿਛਲੇ ਜਨਮ ਦੀ। ਅਸੀਂ ਆਖਿਆ ਮਾਮੀ ਕਿਸੇ ਨੂੰ ਭੇਜ ਵੀ ਗੁਰਦੁਆਰੇ ਰਹਿ ਰਾਸ ਦਾ ਪਾਠ ਕਰ ਲਈਏ। ਮਾਮੀ ਕਹਿੰਦੇ ਲਾ ਰੌ ਰਾਸ ਨੂੰ ਕੀ ਆ, ਤੂੰ ਰਹਿਣ ਦੇ, ਤੂੰ ਰਹਿਣ ਦੇ। ਅਸੀਂ ਮਾਮੇ ਨੂੰ ਕਿਹਾ ਇਹ ਤਾਂ ਜਾਂਦੇ ਨਹੀਂ, ਤੂੰ ਹੀ ਚੱਲ ਸਾਡੇ ਨਾਲ, ਤੂੰ ਹੀ ਚੱਲ। ਅਸੀਂ ਮਾਮੇ ਦੀ ਬਾਂਹ ਵੜ ਕੇ ਲੈ ਕੇ ਗਏ। ਗੁਰਦੁਆਰਾ ਇੱਥੇ ਬਣਿਆ ਸੰਤ ਮੱਘਰ ਸਿੰਘ ਦਾ ਉਹ ਗੁਰਦੁਆਰਾ ਬਾਹਰ ਸੀ, ਤੇ ਅਸੀਂ ਰਹਿ ਰਾਸ ਦਾ ਪਾਠ ਕੀਤਾ ਉੱਥੇ। ਤੇ ਸੰਗਤ ਆਉਣ ਲੱਗ ਗਈ, ਉੱਥੇ ਸਪੀਕਰ ਸੀਗਾ ਛੋਟਾ ਜਿਹਾ, ਰਹਿ ਰਾਸ ਦਾ ਪਾਠ ਕੀਤਾ ਕਰਕੇ ਉੱਥੇ ਬਾਜਾ ਪਿਆ ਸੀ। ਅਸੀਂ ਬਾਜੇ ਨਾਲ ਧਾਰਨਾ ਲਾਈ, ਸੇਵਾ ਗੁਰਦੇਵ ਦੀ ਕਰਦੇ ਕੋਈ ਕਰਮਾਂ ਵਾਲੇ, ਇਹ ਧਾਰਨ ਲਾਈ। ਤੇ ਇਸ ਕਰਕੇ ਸੰਗਤਾਂ ਹੋਰ ਆ ਗਈਆਂ। ਉਹ ਬੀਬੀਆਂ ਸੀ ਇੱਥੇ, ਬੀਬੀ ਸੰਤ ਮੱਘਰ ਸਿੰਘ ਦੀ ਭੈਣ ਸੀ, ਉਹਨਾਂ ਦੀਆਂ ਗਾਂ ਦੋਹਤੀਆਂ ਸੀਗੀਆਂ ਇੱਥੇ, ਉਹਨਾਂ ਦੇ ਜੂੜੇ ਕੀਤੇ ਸੀ, ਤੇ ਉਹ ਬੀਬੀਆਂ ਵੀ ਆ ਗਈਆਂ। ਅਸੀਂ ਭਾਈ ਉਸ ਟਾਈਮ 'ਤੇ ਨਾ ਨਿੱਕੇ ਹੁੰਦੇ ਆ, ਅਸੀਂ ਭਾਈ ਦੋਦੇ ਦੀ ਸਾਖੀ ਸੁਣਾਈ ਇੱਥੇ। ਉਦੋਂ ਜਦੋਂ ਸਾਖੀ ਸੁਣਾਈ ਤੇ ਬਾਹਰ ਆਏ ਅਸੀਂ, ਉਹ ਬੀਬੀਆਂ ਨੇ ਗਲਫੜੀ ਪਾ ਕੇ ਚੱਕ ਹੀ ਲਿਆ ਸਾਨੂੰ, ਕਹਿੰਦੇ ਵੀਰ ਅੱਜ ਤਾਂ ਤੂੰ ਗੁਰਦੁਆਰੇ 'ਚ ਰੰਗ ਹੀ ਲਾ ਤੇ। ਅਸੀਂ ਨਿੱਕੇ ਜਿਹੇ ਸੀਗੇ, ਦਾੜੀ ਨਹੀਂ ਸੀ ਆਈ ਉਦੋਂ। ਇਸ ਕਰਕੇ ਸਾਧ ਸੰਗਤ ਇਹ ਹੈ ਬਾਬਾ ਆਨੰਦ ਸਿੰਘ ਦੀ ਸੰਗਤ, ਇਹ ਹੈ ਬੇਬੇ ਜੀ ਦੀ ਕਿਰਪਾ ਦਾ। ਇੰਨੀ ਕਿਰਪਾ ਸੀ ਬੇਬੇ ਜੀ ਦੀ ਵੀ ਅਸੀਂ ਇੱਥੇ ਆਣ ਕੇ, ਇੱਥੇ ਸੰਤ ਮੱਘਰ ਸਿੰਘ ਬੈਠੇ ਸੀਗੇ, ਕਮਾਈ ਵਾਲੇ ਪੁਰਸ਼ ਹੋਏ ਆ ਉਹ। ਉਦੋਂ ਗੁਰਦੁਆਰਾ ਤਾਂ ਕਿੱਥੇ ਬਣਿਆ ਸੀਗਾ, ਘਰੇ ਆਏ ਸੀ ਭੈਣ ਨੂੰ ਮਿਲਣ, ਭੈਣ ਨੂੰ ਮਿਲ ਕੇ ਅੰਮ੍ਰਿਤ ਵੇਲੇ ਇੱਥੇ ਬੈਠੇ ਸੀਗੇ। ਤੇ ਬੁੱਕਲ ਮਾਰੀ ਵੀ ਸੀ ਉਹਨਾਂ ਦੀ, ਤੇ ਬੁੱਕਲ ਮਾਰੀ ਤੇ ਇੱਧਰ ਸ਼ਿਕਾਰੀ ਆਉਂਦੇ ਸੀਗੇ ਸਹੇ ਦੇ ਮਗਰ। ਤੇ ਸਹਿਹਾ ਜਦੋਂ ਆਇਆ ਨਾ, ਤੇ ਸਹਿਹਾ ਸਾਧ ਸੰਗਤ ਕਿਤੇ ਸੰਤ ਮੱਘਰ ਸਿੰਘ ਦੀ ਬੁੱਕਲ 'ਚ ਵੜ ਗਿਆ, ਬੁੱਕਲ 'ਚ ਵੜ ਗਿਆ ਸੰਤ ਮੱਘਰ ਸਿੰਘ ਦੀ, ਮਹਾਂਪੁਰਸ਼ ਰਾਮਗੜ੍ਹ ਵਾਲਿਆਂ ਦੀ, ਉਹਨਾਂ ਦੀ ਇੱਥੇ ਭੈਣ ਸੀ। ਤੇ ਉਹਨਾਂ ਨੇ ਘੁੱਟ ਲਿਆ ਸੰਤਾਂ ਨੇ, ਕਹਿੰਦੇ ਆ ਜਾ ਤੈਨੂੰ ਬਚਾਈਏ, ਸੰਤ ਮੱਘਰ ਸਿੰਘ। ਤੇ ਸ਼ਿਕਾਰੀ ਆ ਗਏ, ਸ਼ਿਕਾਰੀਆਂ ਨੇ ਆਸੇ ਪਾਸੇ ਵੇਖਿਆ, ਸਹਿਆ ਤੇ ਆਇਆ ਨਾ, ਜਿਹੜੇ ਕੁੱਤੇ ਸੀ ਨਾ ਉਹ ਸੰਤਾਂ ਦੇ ਦਾਲੇ ਗੇੜੇ ਦੇਣ ਲੱਗ ਗਏ ਵੀ ਇਹ ਇੱਥੇ ਮੁਸ਼ਕ ਆਉਂਦਾ। ਤੇ ਸ਼ਿਕਾਰੀ ਕਹਿਣ ਲੱਗੇ ਸੰਤਾਂ ਨੂੰ, ਕਹਿੰਦੇ ਸੰਤ ਜੀ ਉੱਠੋ, ਸਾਡਾ ਸ਼ਿਕਾਰ ਹੈ ਇੱਥੇ। ਉਹ ਕਹਿੰਦੇ ਵੀ ਨਹੀਂ ਸਾਡੇ ਕੋਲ ਹੈ ਨਹੀਂ ਸ਼ਿਕਾਰ। ਸੰਤ ਮੱਘਰ ਸਿੰਘ ਕਹਿੰਦੇ ਸਾਡੇ ਕੋਲ ਹੈ ਨਹੀਂ ਸਹਿਆ। ਤੇ ਉਹ ਕਹਿੰਦੇ ਨਹੀਂ, ਸ਼ਿਕਾਰੀਆਂ ਨੂੰ ਪਤਾ ਹੁੰਦਾ, ਕਹਿੰਦੇ ਹੈ। ਸ਼ਿਕਾਰੀ ਕਹਿੰਦੇ ਵੀ ਇੱਕ ਗੱਲ ਕਰੋ, ਜੇ ਤਾਂ ਹੋਇਆ ਫਿਰ ਤਾਂ ਤੁਸੀਂ ਖਾ ਲਿਓ, ਜੇ ਨਾ ਹੋਇਆ ਫਿਰ ਸਹੁੰ ਖਾਓ ਵੀ ਗਾਂ ਨੂੰ ਨਹੀਂ ਖਾਂਦੇ। ਉਹ ਕਹਿੰਦੇ ਠੀਕ ਹੈ ਵੀ ਹੈਗਾ। ਮੱਘਰ ਸਿੰਘ ਕਹਿੰਦੇ ਮੈਂ ਤਾਂ ਉੱਠੂ, ਮੈਂ ਸਿਮਰਨ ਕਰਦਾ। ਕਿੰਨੀ ਤਾਕਤ ਹੈ ਸਿਮਰਨ ਵਿੱਚ। ਸੰਤ ਮੱਘਰ ਸਿੰਘ ਹੀ ਕਹਿੰਦੇ ਮੈਂ ਤਾਂ ਉੱਠੂ ਸਿਮਰਨ ਵਿੱਚੋਂ ਜੇ ਤੁਸੀਂ ਵਚਨ ਕਰੋ। ਉਹਨਾਂ ਨੂੰ ਆਖਿਆ ਕੀ ਕਿਨਿਆਂ ਨੂੰ, ਸ਼ਿਕਾਰੀਆਂ ਨੂੰ, ਵੀ ਜੇ ਤਾਂ ਹੋਇਆ ਫਿਰ ਤਾਂ ਤੁਸੀਂ ਫੜ ਕੇ ਇਹਨੂੰ ਖਾ ਲਿਓ, ਜੇ ਨਾ ਹੋਇਆ ਫਿਰ ਤੁਹਾਨੂੰ ਸਹੁੰ ਪਾਓ। ਉਹ ਕਹਿੰਦੇ ਸਾਨੂੰ ਸਹੁੰ ਲੱਗੇ ਤੁਹਾਡੀ, ਮਹਾਂਪੁਰਖੋ ਰੱਬ ਦੀ ਸਹੁੰ ਲੱਗੇ, ਅਸੀਂ ਨਹੀਂ ਖਾਵਾਂਗੇ। ਸੰਤ ਮੱਘਰ ਸਿੰਘ ਕਹਿੰਦੇ ਕਲਗੀਆਂ ਵਾਲਿਆ ਕੁਛ ਨਹੀਂ ਮੰਗਿਆ ਤੇ ਕੁਛ ਨਹੀਂ ਮੰਗਦਾ, ਤੇ ਅੱਜ ਲਾਜ ਰੱਖ ਲਾ ਮੇਰੀ। ਸੰਤ ਮੱਘਰ ਸਿੰਘ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉੱਠ ਖੜੇ। ਸਹਿਆ ਨਹੀਂ ਨਿਕਲਿਆ, ਸਹਿਆ ਨਹੀਂ ਨਿਕਲਿਆ। ਉਹਨਾਂ ਨੂੰ ਸਾਰਾ ਵੇਖਿਆ, ਚੋਲਾ ਖੁੱਲ੍ਹਾ ਪਾਇਆ ਸੀ ਪੈਰਾਂ ਤੇ ਕੰਨਾਂ ਤੇ, ਵੇਖ ਕੇ ਸ਼ਿਕਾਰੀ ਹੈਰਾਨ ਹੋ ਗਏ। ਸ਼ਿਕਾਰੀਆਂ ਨੇ ਚਰਨਾਂ ਤੇ ਮੱਥਾ ਟੇਕਤਾ ਵੀ ਨਹੀਂ ਮਾਸ ਖਾਵਾਂਗੇ। ਜਦੋਂ ਸ਼ਿਕਾਰੀ ਚੱਲੇ ਗਏ ਤੇ ਸੰਤ ਮੱਘਰ ਸਿੰਘ ਬਹਿ ਗਏ, ਤੇ ਮੈਂ ਕੇ ਤੇ ਸਹੇ ਦੇ ਸਿਰ ਤੇ ਉਤਰ ਕੇ ਕਹਿੰਦੇ ਲੈ ਵੀ ਭਗਤਾ ਤੇਰੀ ਜਾਨ ਬਚਾਤੀ ਆ, ਲੈ ਭਗਤਾ ਤੇਰੀ ਅਸੀਂ ਜੇ ਜਾਨ ਬਚਾਤੀ ਆ। ਇਹ ਸੰਤ ਮੱਘਰ ਸਿੰਘ ਦੇ ਪਰਿਵਾਰ ਨੇ ਸਾਨੂੰ ਸਾਖੀ ਸੁਣਾਈ ਸੀ।
ਇਸ ਕਰਕੇ ਆਓ ਭਾਗਾਂ ਵਾਲੇ ਆ। ਅੱਜ ਦਾ ਪਹਿਲਾ ਦਿਨ ਹੈ, ਸੰਤਾਂ ਕੇ ਕਾਰਜ ਆਪ ਖਲੋਇਆ। ਆ ਜਿਹੜਾ ਹੁਕਮਨਾਮਾ ਹੈ ਸੰਤਾਂ ਕੇ ਕਾਰਜ, ਇਹ ਇੱਥੇ ਬੈਠੇ ਸਾਰੇ ਆਪਣੇ ਕਾਰਜ ਵਿੱਚ ਗੁਰੂ ਸਾਹਿਬ ਆਪ ਖਲੋਇਆ। ਤੁਹਾਨੂੰ ਗੁਰੂ ਸਾਹਿਬ ਲੈ ਕੇ ਆਏ ਆ ਸਾਰਿਆਂ ਨੂੰ, ਮਾਈਆਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ। ਇੱਥੇ ਨਿੱਕੇ ਨਿੱਕੇ ਬੱਚੇ ਆ, ਮਾਈਆਂ ਗੁਰੂ ਪਿਆਰੇ ਆ, ਸਾਰਿਆਂ ਨੂੰ ਗੁਰੂ ਸਾਹਿਬ ਲੈ ਕੇ ਆਏ ਆ ਆਪਾਂ ਨੂੰ। ਤੁਸੀਂ ਬੜੇ ਭਾਗਾਂ ਵਾਲੇ ਆ। ਸਮੇਂ ਦੀ ਸਕੋਲ ਸੀ, ਥੋੜ੍ਹੀ ਬੇਰਾਮੀ, ਕਮਜ਼ੋਰੀ, ਇਸ ਕਰਕੇ ਅੱਜ ਸਫ਼ਰ ਹੋਇਆ। ਬੜੀ ਟਿੱਬੇ ਪਹਿਲੇ ਦਿਨ ਗਏ ਸੀ, 7 8 9 ਮਹੀਨਿਆਂ ਬਾਅਦ ਗਏ ਸੀ, ਅਤੇ ਇਸ ਕਰਕੇ ਉੱਥੇ ਥੋੜ੍ਹੀ ਜਿਹੀ ਸੰਗਤ ਵੀ ਭੁਗਤਾਈ ਸੀ। ਫਿਰ ਵਚਨ ਵੀ ਕਰੇ ਸੀ, ਗੁਰੂ ਸਾਹਿਬ ਵਿਰਾਜਮਾਨ ਵੀ ਕੀਤੇ, ਅਤੇ ਰਿਹਾ ਜਾਂਦਾ ਨਹੀਂ, ਆਦਤ ਬਣੀ ਆ, ਸੁਭਾਅ ਬਣਿਆ, ਅਤੇ ਇੱਥੇ ਵੀ ਆਉਣਾ ਸੀਗਾ। ਅਤੇ ਬਾਬਾ ਜੀ ਦੀ ਮਿਹਰ ਆ। ਹੁਣ ਸਮਾਂ ਹੈ ਬੇਗਮ ਬਾਬਾ ਜੀ ਮਿਹਰ ਹੈ। ਹਰ ਕਾ ਸੇਵਕ ਹਰਿ ਹੀ ਜਿਹਾ, ਭੇਦ ਨਾ ਜਾਣਾ ਸੋ ਮਾਨਸ ਜਿਹਾ। ਗੁਰਬਖਸ਼ ਜੀ ਨਾਲ ਦੀਵਾਨ ਵਧੀਆ ਵਚਨ ਬੋਲੇ ਜਾਂਦੇ ਹੈ, ਗੁਰੂ ਸਾਹਿਬ ਦੇ ਵਚਨ ਸੁਣਾਏ ਜਾਂਦੇ ਹੈ। ਇਸ ਕਰਕੇ ਬਾਬਾ ਜੀ ਦੀ ਕਿਰਪਾ ਨਾਲ ਸਮਾਂ ਮਿਲਿਆ। ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ, ਹਰ ਦਾ ਮਤਲਬ ਲੈ ਸਾਰੇ ਕੰਮ, ਜਿੰਨੇ ਤੁਹਾਡੇ ਘਰ ਦੇ ਕੰਮ ਆ ਨਾ ਸਾਰੇ, ਤੁਸੀਂ ਆ ਗਏ ਆ ਇੱਥੇ ਦਰਬਾਰ ਵਿੱਚ। ਹਰ ਕੰਮ ਆਪ, ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ, ਧਰਤੀ ਕਿੰਨੀ ਸੋਹਣੀ ਲੱਗਦੀ ਹੈ। ਇਹ ਕਿੱਥੇ ਬੈਠੇ ਆ ਆਪਾਂ, ਕਿੰਨੇ ਭਾਗ ਜਾਗੇ। ਖੇਤ ਸੀਗਾ ਇੱਥੇ, ਇੱਥੇ ਗੁਰੂ ਸਾਹਿਬ ਨੇ ਮੋਹਰ ਲਾਈ ਹੈ। ਸੰਤ ਧਰਤ ਸੁਹਾਵੀ ਤਾਲ ਸੁਹਾਵਾ। ਆਕਾਸ਼ ਦੇ ਵਿੱਚ ਵੀ ਸਤਿਗੁਰੂ ਬੈਠੇ ਵੇਖ ਰਹੇ ਹੈ, ਦਰਗਾਹ ਦੇ ਵਿੱਚ ਵੇਖ ਰਹੇ ਹੈ, ਦੇਵਤੇ ਫੁੱਲ ਵਰਸਾ ਰਹੇ ਹੈ। ਇਸ ਕਰਕੇ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ 10 ਪਾਤਸ਼ਾਹ ਖੁਸ਼ ਹੈ ਵੀ ਵੇਖੋ ਕਿੰਨਾ ਉਦਮ ਹੈ। ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਿੰਨੇ ਖੁਸ਼ ਹੋਣਗੇ ਵੀ ਪਹਿਲੇ ਪਾਤਸ਼ਾਹ ਦਾ ਦਿਹਾੜਾ ਮਨਾ ਰਹੇ ਹੈ ਅਤੇ ਮੇਰੇ ਬਚਨ ਸੰਗਤਾਂ ਨੂੰ ਸੁਣਾ ਰਹੇ ਹੈ। ਇੱਥੇ ਕਈ ਗੱਲਾਂ ਹੁੰਦੀਆਂ ਜੀ, ਉਹ ਫਲਾਨਾ ਸੋ ਆ ਗਿਆ ਜੀ, ਉਹ MLA ਆ ਗਿਆ ਜੀ, ਉਹ ਝੌਂਕਾ ਸਿੰਘ ਆ ਗਿਆ ਜੀ, ਉਹ ਔਂਕੜ ਸਿੰਘ ਆ ਗਿਆ ਜੀ, ਚੌਂਕੜ ਸਿੰਘ ਆ ਗਿਆ ਜੀ। ਉਹ ਐਵੇਂ ਸਮਾਂ ਖਰਾਬ ਕਰ ਦਿੰਦੇ ਆ। ਇਸ ਕਰਕੇ ਇੱਥੇ ਨਾਂ ਗੁਰੂ ਨਾਨਕ ਦਾ ਲਿਆ ਜਾਂਦਾ ਹੈ, 10 ਪਾਤਸ਼ਾਹੀਆਂ ਦਾ ਨਾਂ ਲਿਆ ਜਾਂਦਾ ਹੈ। ਜਿੱਥੇ 10 ਪਾਤਸ਼ਾਹੀਆਂ ਦਾ ਨਾਂ ਲਿਆ ਜਾਵੇ ਉੱਥੇ 10 ਪਾਤਸ਼ਾਹੀਆਂ ਹੀ ਸ਼ਾਮਲ ਹੋ ਜਾਂਦੀਆਂ। ਜੇ ਕਿਸੇ ਦਾ ਨਾਂ ਲਵਾਂਗੇ ਉਹ ਸ਼ਾਮਲ ਹੋਊ ਕਿ ਨਹੀਂ ਹੋਊਗਾ? ਹੋਊਗਾ, ਕਿਉਂ ਸੱਚੇ ਪਾਤਸ਼ਾਹ ਤਾਂ ਪ੍ਰਗਟ ਗੁਰਾਂ ਕੀਤੇ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਸਗਲ ਮਨੋਰਥ ਪੂਰੇ, ਜੈ ਜੈਕਾਰ ਪਿਓ ਜਗ ਅੰਤਰ। ਲਾਥੇ ਸਗਲ ਵਸੂਰੇ, ਪੂਰਨ ਪੁਰਖ ਚਿੱਤ ਅਵਨਾਸੀ। ਜਸ ਵੇਦ ਪੁਰਾਨੀ ਗਾਇਆ। ਵੇਦਾਂ ਨੇ ਵੀ ਜਸ ਕੀਤਾ ਗੁਰੂ ਗ੍ਰੰਥ ਸਾਹਿਬ ਦਾ। ਜਸ ਵੇਦ ਪੁਰਾਨੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ। ਨਾਨਕ ਨਾਮ ਤੇ ਆਇਆ ਸੁਭਾਉ ਮਾਈ ਭਾਈ ਗੁਰਸਿੱਖ। ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਨਿਤਨੇਮ ਕਰੋ, ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ, ਦਿਨੇ ਧਰਮ ਦੀ ਕਿਰਤ ਕਰੋ, ਭਲੇ ਮਹਾਂਪੁਰਖ ਦੀ ਸੰਗਤ ਕਰੋ। ਮਾਈਆਂ ਬਹੁਤ ਕੋਸ਼ਟ ਕਰਨ, ਬੱਚਿਆਂ ਨੂੰ ਪ੍ਰੇਰੋ। ਅੱਜ ਦੀ ਪੀੜ੍ਹੀ, ਅੱਜ ਦੀ ਪਨੀਰੀ ਬਹੁਤ ਔਖਾ ਹੋ ਰਿਹਾ ਹੈ। ਨਸ਼ੇ ਦਾ ਹੋਰ ਬਹੁਤ ਬੁਰਾ ਹਾਲ ਹੈ। ਮਾਈਆਂ ਦਾ ਦਿਲ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਬੱਚਾ ਨਲਾਇਕ ਬਣ ਜਾਵੇ। ਜਦੋਂ ਬੱਚਾ ਖੁਸ਼ ਹੋਵੇ ਮਾਤਾ ਦਾ ਖੂਨ ਵੱਧ ਜਾਂਦਾ ਹੈ। ਜਦੋਂ ਬੱਚਾ ਚੰਗਾ ਲਾਇਕ ਹੋਵੇ ਵੇਖ ਕੇ ਮਾਤਾ ਦਾ ਨਾ ਖੂਨ